ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Good afternoon students. First of all, I would request Gurpinder Kaur ji to start Jap Seva 11997 Gurpinder Kaur. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਗੁਰਪਿੰਦਰ ਕੌਰ। ਮੀਨਵਾਈਲ ਆਪਾਂ ਕੁਝ ਕੁਐਸਚਨਸ ਲੈ ਲੈਂਦੇ ਆ ਜਦੋਂ ਤੱਕ ਬਾਕੀ ਪਾਰਟਿਸਿਪੈਂਟਸ only 11 participants are there including me। ਮੈਨੂੰ ਇਨਕਲੂਡ ਕਰਕੇ 12 participants ਹੀ ਹੋਏ ਆ ਹਜੇ। ਤੇ if you have any doubts, those who have joined till now ਉਹ ਆਪਣਾ ਜੇ ਕੋਈ ਡਾਊਟ ਹੈ ਉਹ ਪੁੱਛ ਸਕਦੇ ਆ। In the meantime, rest of the participants will join. Beta, if you have any questions, we can wait 3-4 minutes more. Hanji, hanji, beta, bolo. मैम वाहिगुरू जी का खालसा वाहिगुरू जी की फतेह। ਹਾਂਜੀ मैम मेरा क्वेश्चन ਸੀ ਕਿ ਜੋ ਆਪਾਂ ਫੋਨ ਕਹਿੰਦੇ ਆ ਉਹਦੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਆ? PHONE। PHONE ਹੈ ਨਾ, ਤੇ ਫੋਨ ਹੈ। ਠੀਕ ਹੈ ਮੈਮ। ਹਾਂ, ਫੋਨ ਹੀ ਬੋਲਦੇ ਆ ਉਹਨੂੰ। ਓਕੇ ਮੈਮ। ਹਾਂ, ਤੁਸੀਂ ਇਹ ਕਿਉਂ ਪੁੱਛਿਆ? ਕਿਉਂਕਿ ਇਹਦੇ ਤੁਸੀਂ ਕੋਈ ਹੋਰ ਪ੍ਰੋਨਾਂਸੀਏਸ਼ਨ ਵੀ ਸੁਣੀ ਹੈ? ਹਾਂਜੀ ਮੈਮ, ਥੋੜਾ ਕਨਫਿਊਜ਼ਨ ਸੀ ਕਿ ਕਈ ਫੋਨ ਕਹਿੰਦੇ ਆ ਕਈ ਫੋਨ ਕਹਿੰਦੇ ਆ, ਮਤਲਬ ਕਨੌੜੇ ਤੇ ਹੋੜੇ ਚ। ਫੋਨ। ਓਕੇ ਮੈਮ। ਥੋੜਾ लगेगा, फोन नहीं है, फोन नहीं है, थोड़ा लगेगा फोन। ओके जी, थैंक यू मैम। हाँ जी, ओके। मैम व्हाट इज द करेक्ट प्रोनाउंसिएशन ऑफ CASTLEC? बच्चे इट्स कासल। कासल, कासल, ठीक है। और अमेरिकन इंग्लिश ਦੇ ਵਿੱਚ ਇਹਨੂੰ ਕੈਸਲ ਵੀ ਬੋਲਦੇ ਆ, ਬਟ ਕਾਸਲ ਇਜ਼ ਦਾ ਕਰੈਕਟ ਪ੍ਰੋਨਾਂਸੀਏਸ਼ਨ। ਕਾਸਲ, ਕਾਸਲ ਕਿਲਰ ਨੂੰ ਕਹਿੰਦੇ ਆ, ਹੈ ਨਾ? ਠੀਕ ਹੈ ਗੁਰਪਿੰਦਰ, is this clear to you? Yes ma'am. Any other word? No ma'am. Okay. ਸੁਖਵੀਰ ਕੌਰ, ਤੁਹਾਡਾ ਕੋਈ ਸਵਾਲ ਹੈ? ਰੁਪਿੰਦਰ ਕੌਰ, ਹਾਂਜੀ ਹਾਂਜੀ ਸੁਖਵੀਰ ਬੋਲੋ। Good evening, ma'am. Good evening. Ma'am, how do we pronounce PERISHABLE? PERISHABLE, है ना? Yes ma'am. Perishable. Perishable ਹੁੰਦਾ ਹੈ। ਹਾਂ ਦੇਖੋ, perishable ਹੁੰਦਾ ਹੈ ਉਹ ਚੀਜ਼ ਜਿਹੜੀ ਕਿ ਪੈਰਿਸ਼ ਹੋ ਜਾਏਗੀ, ਜਿਹੜੀ ਖਤਮ ਹੋ ਜਾਏਗੀ, ਜਿਹੜੀ ਨਸ਼ਟ ਹੋ ਜਾਏਗੀ, ਜਿਹੜੀ ਬਹੁਤ ਥੋੜੇ ਸਮੇਂ ਲਈ ਹੈ। ਠੀਕ ਹੈ। ਹੁਣ ਇਹਨੂੰ ਅਸੀਂ ਦੋ ਤਰੀਕਿਆਂ ਨਾਲ ਯੂਜ਼ ਕਰਦੇ ਹਾਂ। ਜਿਵੇਂ ਅਸੀਂ ਕਈ ਵਾਰ ਆਪਾਂ ਇਹ ਕਹਿੰਦੇ ਆ ਕਿ ਇੱਥੇ ਜੋ ਹੈ ਨਾ, ਇਸ ਸੰਸਾਰ ਤੇ ਜੋ ਵੀ ਚੀਜ਼ ਹੈ ਉਹ ਪੈਰਿਸ਼ੇਬਲ ਹੈ। ਯੈਸ ਮੈਮ। ਏਦਾਂ ਵੀ ਯੂਜ਼ ਕਰਦੇ ਆ। ਬਟ ਇੱਕ ਅਸੀਂ ਇਹਨੂੰ ਇੱਕ ਹੋਰ ਤਰੀਕੇ ਨਾਲ ਵੀ ਯੂਜ਼ ਕਰਦੇ ਆ। ਜਿਵੇਂ ਅਸੀਂ ਕਹਿੰਦੇ ਆ, ਜ਼ਿਆਦਾਤਰ ਅਸੀਂ ਜਦੋਂ ਕਾਮਰਸ ਦੀ ਪੜ੍ਹਾਈ ਕਰ ਰਹੇ ਹਾਂ ਜਾਂ ਇਕਨੋਮਿਕਸ ਦੀ ਪੜ੍ਹਾਈ ਕਰ ਰਹੇ ਹਾਂ, ਉਹਦੇ ਵਿੱਚ ਹੁੰਦਾ ਹੈ ਕਿ ਜਿਹੜੀਆਂ ਗੁੱਡਸ ਮਤਲਬ ਜਿਹੜਾ ਸਮਾਨ ਪੈਰਿਸ਼ੇਬਲ ਹੁੰਦਾ ਹੈ ਨਾ, ਉਹਦੇ ਵਿੱਚ ਜਿਹੜਾ ਹੈ ਪ੍ਰੋਫਿਟ ਹੈ, ਕਈ ਵਾਰ ਉਹਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਹੈ, ਕਈ ਵਾਰ ਬਹੁਤ ਘੱਟ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਮਿਲਕ ਬਹੁਤ ਜਲਦੀ ਖਰਾਬ ਹੁੰਦਾ ਹੈ ਨਾ, ਤਾਂ ਇਹਦਾ ਹੈ ਨਾ, ਉੱਥੇ ਵੀ ਪੈਰਿਸ਼ੇਬਲ ਗੁੱਡਸ ਅਸੀਂ ਕਹਿ ਦਿੰਦੇ ਹਾਂ, ਉਦਾਂ ਵੀ ਯੂਜ਼ ਕਰਦੇ ਹਾਂ। ਮਤਲਬ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ, ਜਿਵੇਂ ਅਸੀਂ ਕਹਿੰਦੇ ਹਾਂ ਜਿਹੜੀ
ਜਿਹੜਾ ਦੁਕਾਨਦਾਰ ਹੈ ਜਿਹੜਾ ਆਪਣੀ ਦੁਕਾਨ ਤੇ ਪੈਰਿਸ਼ੇਬਲ ਗੁੱਡਸ ਰੱਖਦਾ ਹੈ ਨਾ, ਉਹਦਾ ਪ੍ਰੋਫਿਟ ਕਈ ਵਾਰ ਬਹੁਤ ਵਧੀਆ ਹੋ ਜਾਂਦਾ ਤੇ ਕਈ ਵਾਰ ਬਹੁਤ ਨੁਕਸਾਨ ਵੀ ਹੋ ਜਾਂਦਾ, ਕਿਉਂਕਿ ਪੈਰਿਸ਼ੇਬਲ ਗੁੱਡਸ ਹੁੰਦੀਆਂ ਨਾ ਉਹ ਬਹੁਤ ਥੋੜੇ ਟਾਈਮ ਲਈ ਹੁੰਦੀਆਂ ਨੇ। ਓਕੇ ਮੈਮ, ਤੇ ਮੈਮ ਇੰਪੈਰੀਸ਼ੇਬਲ ਆਪਾਂ ਏਦਾਂ ਵੀ ਕਹਿ ਸਕਦੇ ਹਾਂ ਨਾਸ਼ਵਾਨ। ਹੁਣ ਨਾਸ਼ਵਾਨ ਚੀਜ਼ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਸ ਦੁਨੀਆ ਤੇ ਜੋ ਵੀ ਹੈ ਹਰ ਚੀਜ਼ ਪੈਰਿਸ਼ੇਬਲ ਹੈ, ਸ਼ਾਰਟ ਲਿਵਡ ਹੈ। ਯੈਸ ਮੈਮ। ਹਾਂ ਤੇ ਮੈਮ ਇੰਪੈਰੀਸ਼ੇਬਲ ਫਿਰ ਉਹੀ ਹੋ ਗਿਆ ਜੋ ਜਲਦੀ ਖਰਾਬ ਨਾ ਹੋਵੇ। ਹਾਂ, ਜੋ ਫਿਰ ਜਲਦੀ ਖਰਾਬ ਨਾ ਹੋਵੇ, ਇੰਪੈਰਿਸ਼ੇਬਲ। ਓਕੇ ਮੈਮ। है ਤੇ ना, जो ਮੈਮ चीज ਇੱਕ जल्दी खराब ना होवे, जो पेरिशेबल नहीं है, जो परमानेंट है। ਓਕੇ ਮੈਮ। हाँ, ਮੈਮ ਇੱਕ PARTIAL it's partial। देखो ਪਾਰਸ਼ਲ। partial ਹੁੰਦਾ, ਹਾਂ partial ਕੀ ਹੁੰਦਾ, partial ਵੀ ਦੋ ਤਰੀਕੇ ਨਾਲ ਯੂਜ਼ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਲੱਖ ਰੁਪਏ ਦੀ ਪੇਮੈਂਟ ਹੈ, ਤੁਸੀਂ ਮੈਨੂੰ ਦੇਣੀ ਹੈ, ਤੁਸੀਂ ਮੈਨੂੰ ਪਾਰਸ਼ੀਅਲ ਪੇਮੈਂਟ ਕਰ ਦਿਓ। ਪਾਰਸ਼ੀਅਲ ਮਤਲਬ ਇੱਕ ਪੋਰਸ਼ਨ ਦੇ ਦਿਓ ਮੈਨੂੰ, ਕੁਝ ਪਾਰਟ, ਯੈਸ ਮੈਮ। ਕੁਝ ਪਾਰਟ ਮੈਨੂੰ ਦੇ ਦਿਓ। ਇਟਸ ਪਾਰਸ਼ੀਅਲ ਨਹੀਂ ਬੋਲਾਂਗੇ, ਇਟਸ ਪਾਰਸ਼ੀਅਲ। ਸ਼ੀਅਲ, ਪਾਰਸ਼ਲ। ਹਾਂ ਠੀਕ ਹੈ। ਸ਼ੀਅਲ ਈ ਦੀ ਸਾਊਂਡ ਆਪਾਂ ਨਹੀਂ ਇਹਦੇ ਚ ਪਾਉਂਦੇ ਹੁੰਦੇ, ਜਿਹਦੇ ਵਿੱਚ ਨਾ ਜਿਵੇਂ ਪਾਰਸ਼ੀਅਲ ਔਰ ਹੈ ਨਾ। ਇਹ ਸਮਝ ਆਈ ਤੁਹਾਨੂੰ ਕਿ ਤੁਸੀਂ ਮੈਨੂੰ 1 ਲੱਖ ਰੁਪਏ ਦੇਣਾ ਹੈ ਤੇ ਮੈਨੂੰ ਏਦਾਂ ਕਰੋ, ਪਾਰਸ਼ੀਅਲ ਪੇਮੈਂਟ ਮਤਲਬ ਕੁਝ ਪਾਰਟ ਦੇ ਦਿਓ, ਉਹਦਾ ਕੁਝ ਪਾਰਟ ਮੈਨੂੰ ਦੇ ਦਿਓ। ਤਾਂ ਅਸੀਂ ਕਵਾਂਗੇ ਕਿ ਮੈਂ ਉਹਦੀ ਪਾਰਸ਼ੀਅਲ ਪੇਮੈਂਟ ਕਰਤੀ ਹੈ, ਥੋੜੀ ਜਿਹੀ ਰਹਿੰਦੀ ਹੈ, ਕੁਝ ਪਾਰਟ ਮੀਨਸ ਕਰਤਾ ਹੈ ਐਂਡ ਸਮ ਪਾਰਟ ਇਜ਼ ਲੈਫਟ। ਠੀਕ ਹੈ। ਇੱਕ ਪਾਰਸ਼ੀਅਲ ਹੁੰਦਾ ਹੈ, ਜਿਵੇਂ ਮੈਂ ਕਿਹਾ ਡੋਂਟ ਬੀ ਪਾਰਸ਼ੀਅਲ, ਉੱਥੇ ਇਹਦਾ ਮਤਲਬ ਹੁੰਦਾ ਬਾਇਸਡ, ਮਤਲਬ ਜਦੋਂ ਤੁਸੀਂ ਕਿਸੇ ਦਾ ਪੱਖ ਲੈ ਰਹੇ ਹੋ। ਓਕੇ ਮੈਮ। ਹੈ ਨਾ, ਜਿਵੇਂ ਅਸੀਂ ਕਿਹਾ ਕਿ ਜਿਹੜਾ ਉਹ ਰੈਫਰੀ ਸੀ ਨਾ ਮੈਚ ਦੇ ਵਿੱਚ, ਉਹ ਪਾਰਸ਼ੀਅਲ ਸੀ। ਯੈਸ ਮੈਮ। ਤਾਂ that means biased, biased BIASED, biased ਹੁੰਦਾ ਹੈ ਪੱਖਪਾਤੀ, ਵੀ ਜਿਹੜਾ ਪੱਖ ਪੂਰ ਰਿਹਾ ਹੋਵੇ ਕਿਸੇ ਇੱਕ ਪਾਰਟੀ ਦਾ। ਉੱਥੇ ਅਸੀਂ ਮੈਮ ਦੁਬਾਰਾ ਬੋਲੇ, BIASED, biased। ਓਕੇ ਮੈਮ। ਜਿਹਦੇ ਚ ਬਾਇਸਨੈਸ ਹੋਵੇ, ਮਤਲਬ ਬਾਇਸ ਹੁੰਦਾ ਜਿਹੜਾ ਕਿਸੇ ਇੱਕ ਦਾ ਪੱਖ ਪੂਰ ਰਿਹਾ ਹੁੰਦਾ ਹੈ ਨਾ, ਪਾਰਸ਼ੀਅਲ ਹੋਵੇ। ਸੋ we can use it in this way also। ਓਕੇ ਮੈਮ। ਤੇ ਮੈਮ ਇੱਕ ਜਿਹੜਾ ਮਿਊਟ ਤੇ ਅਨਮਿਊਟ ਹੁੰਦਾ, ਇਹਦਾ ਮਤਲਬ ਮੀਨਿੰਗ ਏਦਾਂ ਹੀ ਹੁੰਦਾ ਵੀ ਮਿਊਟ ਹੁੰਦਾ ਵਾ ਵੀ? ਮਿਊਟ ਹੁੰਦਾ ਹੈ ਡਮ, ਜੋ ਨਾ ਬੋਲ ਸਕੇ। ਯੈਸ ਮੈਮ। ਹੈ ਨਾ, ਸਾਇਲੈਂਟ, ਉਹਨੂੰ ਅਸੀਂ ਕਹਿੰਦੇ ਮਿਊਟ। ਅਨਮਿਊਟ ਮਤਲਬ ਜਿਹਨੂੰ ਅਸੀਂ ਸਾਇਲੈਂਟ ਤੋਂ ਹਟਾ ਕੇ ਉਹਨੂੰ ਬੋਲਣਾ ਲਾ ਦਿੱਤਾ, ਅਨਮਿਊਟ ਕਰਤਾ। ਮਤਲਬ ਹੁਣ ਇਸ ਟਰਮ ਜਿਵੇਂ ਅਸੀਂ ਕਵਾਂਗੇ he was standing mute, ਮਤਲਬ ਉਹ ਤਾਂ ਡਮ ਹੋ ਕੇ ਖੜਾ ਸੀਗਾ, ਬਿਲਕੁਲ ਜਿਵੇਂ ਗੁੰਗਾ ਹੀ ਬਣ ਕੇ ਖੜਾ ਸੀ। he was mute, I was mute, ਹੈ ਨਾ, ਸਾਇਲੈਂਟ। ਸਮਝ ਗਏ? ਯੈਸ ਮੈਮ। ਹਾਂ, ਉੱਥੇ ਅਸੀਂ ਮਿਊਟ ਕਹਿੰਦੇ। ਹੁਣ ਮਿਊਟ ਮਤਲਬ ਫਿਰ ਆਵਾਜ਼ ਬੰਦ ਹੋ ਜਾਂਦੀ ਹੈ ਨਾ ਸਾਡੀ, ਜਦੋਂ ਅਸੀਂ ਟੈਕਨੀਕਲ ਟਰਮ ਦੇ ਵਿੱਚ ਗੱਲ ਕਰੀਏ ਤਾਂ ਮਿਊਟ ਮੀਨਸ ਕਿ ਅਸੀਂ ਹੁਣ ਸਾਡੀ ਆਵਾਜ਼ ਨਹੀਂ ਜਾਏਗੀ, ਸਾਇਲੈਂਟ ਹੋ ਜਾਵਾਂਗੇ। ਠੀਕ ਹੈ। ਠੀਕ ਹੈ ਮੈਮ। ਤੁਸੀਂ ਨੰਬਰ ਐਡ ਨਹੀਂ ਕੀਤਾ ਉਹਦੇ ਚ ਗਰੁੱਪ ਚ? Okay, it is not added yet bete, मैं message पाता सी, I'll check है। Okay ma'am, thank you ma'am। Okay जी मैम गुड आफ्टरनून। हाँ जी गुड आफ्टरनून मैम परसों नु इंग्लिश विच की कहेंगे? परसों नु? यस मैम। आन वाला के which has passed? मैम आन वाला। हाँ, day after tomorrow। Day after tomorrow। And मैम जो बीत गया उसमें yesterday। जो दिन बीत गया वो yesterday है। एक परसों ਆਪਾਂ ਕਹਾਂਗੇ ਨਾ, ਉਹ ਮੈਨੂੰ ਪਰਸੋਂ ਮਿਲੀ ਸੀ। She met me a day before yesterday। Day before yesterday, day after tomorrow। ਜਿਹੜਾ ਆਉਣ ਵਾਲਾ ਪਰਸੋਂ ਹੈ ਅਸੀਂ ਕਹਾਂਗੇ, ਜਿਵੇਂ ਆਪਾਂ ਕਹਾਂਗੇ, ਜਿਵੇਂ ਤੁਸੀਂ ਮੈਨੂੰ ਪੁੱਛਣਾ ਹੋਵੇ ਕਿ ਮੈਮ ਪਰਸੋਂ ਕਲਾਸ ਹੋਵੇਗੀ, will there be a class day after tomorrow? ਹੋਏਗੀ। ਜਾਂ ਫਿਰ ਤੁਸੀਂ ਮੈਨੂੰ ਪੁੱਛਣਾ ਹੋਵੇ ਮੈਮ ਹੋਈ ਸੀ ਕਲਾਸ, so was there our class day before yesterday? Okay मैम। ਠੀਕ ਹੈ। ਕਕੂਨ, ਕਵਲਜੀਤ ਪੁੱਛ ਰਿਹਾ ਕਕੂਨ। ਹਾਂਜੀ ਬੇਟਾ ਦੱਸਾਂਗੀ ਕਕੂਨ ਕੀ ਹੁੰਦਾ ਹੈ। I will explain in detail what is a cocoon। Okay, I'm going to share the screen now। हाँ, ultras and terrorists ਦਾ meaning same ਹੈ ਬਿਲਕੁਲ। ਟੈਰਰਿਸਟ ਨੂੰ ਅਸੀਂ ਆਤੰਕਵਾਦੀ ਕਹਿ ਦਿੰਦੇ ਆ, ਅੱਤਵਾਦੀ ਕਹਿ ਦਿੰਦੇ ਆ। ਠੀਕ ਹੈ, ਅਲਟਰਾਸ ਐਂਡ ਟੈਰਰਿਸਟ ਹੋਈ ਹੁੰਦੇ ਆ। ਸੁਪੀਰ ਕੌਰ ਤੁਸੀਂ ਪੁੱਛ ਰਹੇ ਹੋ what is the meaning of TATANIC? ਬੱਚੇ ਇਹ word I think ਟਾਈਟੈਨਿਕ ਹੋਏਗਾ।
TI होएगा, TITANIC, टाइटैनिक होएगा, टाइटैनिक नहीं होएगा, टाइटैनिक है ना, हाँ। सो टाइटैनिक की सीगा, एक शिप सीगा, यस यस, ਇਹ शिप सीगा दुनिया ਦਾ ਸਭ ਤੋਂ ਵੱਡਾ शिप ਸੀਗਾ, ਤੇ ਇਹਦੀ ਸਟੋਰੀ ਵੀ ਕਾਫੀ ਬੱਚਿਆਂ ਨੂੰ ਪਤਾ ਹੋਏਗੀ। ਇਹ ਜਿਹੜਾ शिप ਹੈ ਆਪਣੀ ਫਰਸਟ ਵੋਇਜ ਤੇ ਚੱਲਿਆ ਸੀ, ਵੋਇਜ ਉਹਨੇ ਆਪਣੀ ਪਹਿਲੀ ਯਾਤਰਾ ਤੇ शिप ਨਿਕਲਿਆ ਸੀ, ਔਰ ਇਹ ਬਹੁਤ ਲੋਕੀ ਐਕਸਾਈਟਡ ਸੀ, ਇੰਨਾ ਵੱਡਾ शिप ਸੀ, ਉਸ ਟਾਈਮ ਦਾ ਸਭ ਤੋਂ ਵੱਡਾ शिप ਸੀਗਾ। ਤੇ ਜਦੋਂ ਇਹ शिप ਆਪਣੀ ਯਾਤਰਾ ਤੇ ਨਿਕਲਿਆ ਤੇ ਰਸਤੇ ਵਿੱਚ ਆਈਸਬਰਗ ਦੇ ਨਾਲ ਟਕਰਾ ਕੇ ਤੇ ਦੋ ਟੁਕੜੇ ਹੋ ਗਏ ਸੀ ਤੇ ਡੁੱਬ ਗਿਆ, ਐਂਡ ਥਾਊਜ਼ੈਂਡ ਆਫ ਪੀਪਲ ਵਰ ਡਾਈਡ। ਇਹ ਬਹੁਤ ਇੱਕ ਵੱਡੀ ਟ੍ਰੈਜੇਡੀ ਸੀ ਟਾਈਟੈਨਿਕ ਵਾਲੀ। ਆਈ ਥਿੰਕ ਇਹ ਘਟਨਾ 1914 ਦੀ ਹੈ, ਆਈ ਸਪੋਜ਼, ਮੈਨੂੰ ਪੱਕਾ ਨਹੀਂ ਪਤਾ। तो I'll tell you about this टाइटैनिक ਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਇੱਕ ਪੈਰਾਗ੍ਰਾਫ ਭੇਜਾਂਗੀ ਜਾਂ ਪੈਸੇਜ ਭੇਜਾਂਗੀ। It's a story to read। ਇਹ ਤੁਹਾਨੂੰ ਬਹੁਤ ਅੱਛੀ ਇਹਦੀ ਸਟੋਰੀ ਹੈ। ਉਹ ਸ਼ਿਪ ਬਹੁਤ ਵਧੀਆ ਸੀ ਤੇ ਫਿਰ ਆਪਾਂ ਇਹਦੇ ਬਾਰੇ ਵੀ ਡਿਸਕਸ ਕਰਾਂਗੇ ਟਾਈਟੈਨਿਕ ਦੇ ਉੱਤੇ। I'll send you something, some matter। ਅੱਛਾ, agree to agree with, agree with this, agree to this। Bacha, these are almost same, agree to agree with, I agree to this proposal, I agree with this proposal। हाँ, दोनों ही almost same है। चलो, okay, I'm going to share screen, after that we'll talk about this। iceberg, BERG, iceberg ਹੁੰਦਾ ਬਰਫ਼ ਦਾ ਇੱਕ ਐਸਾ ਟੁਕੜਾ ਜਿਹੜਾ ਕਿ ਸਮੁੰਦਰ ਦੇ ਵਿੱਚ ਹੈ, ਉੱਤੋਂ ਦੇਖਣ ਨੂੰ ਬਹੁਤ ਛੋਟਾ ਨਜ਼ਰ ਆਉਂਦਾ ਹੈ, ਲੇਕਿਨ ਉਹ ਨੀਚੇ ਬਹੁਤ ਬਹੁਤ ਨੀਚੇ ਗਹਿਰਾਈ ਵਿੱਚ ਹੁੰਦਾ ਹੈ। ਆਈਸਬਰਗ, ICEBERG, ਆਈਸਬਰਗ। ਸੋ ਆਈਸਬਰਗ ਸੀ ਨਾ, ਬਰਫ਼ ਦਾ ਇੱਕ ਬਹੁਤ ਵੱਡਾ ਇੱਕ ਪਹਾੜ ਜਿਹੜਾ ਸਮੁੰਦਰ ਦੇ ਵਿੱਚ ਸੀਗਾ। ਉਹ ਨੀਚੇ ਸੀ, ਉੱਪਰੋਂ ਘੱਟ ਦਿਖਦਾ ਸੀ। तो ਜਦੋਂ ਉਹਦੇ ਨਾਲ ਟਕਰਾਇਆ ਨਾ ਤੇ ਉਹਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ, ਔਰ ਬਹੁਤ ਠੰਡ ਸੀ ਉਦੋਂ। ਤੇ ਸਿਰਫ ਆਈ ਥਿੰਕ 2400 ਤੋਂ ਜ਼ਿਆਦਾ ਉਹਦੇ ਅੰਦਰ, ਮੈਨੂੰ ਯਾਦ ਨਹੀਂ ਐਕਚੁਅਲੀ ਇਹ ਸਟੋਰੀ, when I was in 3rd class, it was in my book, 3rd or 4th class। ਤੇ ਮੇਰੀ ਬੁੱਕ 'ਚ ਟਾਈਟੈਨਿਕ ਸਟੋਰੀ ਸੀ, ਮੈਨੂੰ ਤਾਂ ਥੋੜਾ ਥੋੜਾ ਯਾਦ ਹੈ। 1914 ਤੇ ਉਹਦੇ ਵਿੱਚ 2500 ਤੋਂ ਜ਼ਿਆਦਾ ਆਈ ਥਿੰਕ ਉਹਦੇ ਵਿੱਚ ਹੈਗੇ ਸੀਗੇ ਯਾਤਰੀ, ਤੇ ਉਹਦੇ ਚੋਂ ਕੁਝ ਕੁ 100 ਬਚੇ ਸੀਗੇ। ਆਈ ਥਿੰਕ 500-600 ਲੋਕਾਂ ਨੂੰ ਬਚਾਇਆ ਜਾ ਸਕਿਆ ਸੀਗਾ ਉਹ ਲਾਈਫ ਸੇਵਰ ਬੋਟਸ ਦੇ ਨਾਲ, ਬਾਕੀ ਸਾਰੇ ਪਾਣੀ ਵਿੱਚ ਡੁੱਬ ਗਏ ਸੀ। ਔਰ ਬਹੁਤ ਸਾਲਾਂ ਬਾਅਦ ਉਸਦੇ ਜਿਹੜੇ ਟਾਈਟੈਨਿਕ ਦੇ ਜਿਹੜੇ ਉਹ ਪਾਰਟਸ ਵਿੱਚ ਰਹਿ ਗਏ ਸੀ ਸਮੁੰਦਰ ਦੇ ਵਿੱਚ, ਉਹ ਕਾਫੀ ਸਾਲਾਂ ਬਾਅਦ ਹੈ ਉਹ ਨਿਕਾਲ ਕੇ ਫਿਰ ਦੱਸਿਆ ਗਿਆ ਸੀਗਾ ਕਿ ਇਸ ਦੇ ਨਾਲ ਕੀ ਕੀ ਹੋਇਆ ਸੀ। ਇਸ ਵੋਇਜ, ਯੈਸ ਵੋਇਜ ਹੁੰਦੀ ਹੈ ਉਹਦੀ ਯਾਤਰਾ, ठीक है ना। तो अपनी वो जेडी फर्स्ट वॉयज ते ही वो टूट गया सीगा, है ना। ओके जी, we'll move to today's passage। So we were talking about our responsibility towards our country। वो कह रहे तुसी नॉन फिनाइट्स करवा देते। हाँ जी बेटा, मैं करवा देते सहलीन कौर, नॉन फिनाइट्स हो गए साडे। ओके, सो ਅਸੀਂ ਕੱਲ ਗੱਲ ਕਰ ਰਹੇ ਸੀਗੇ ਕਿ ਅਸੀਂ ਐਕਸਪੈਕਟ ਕਰਦੇ ਹਾਂ from our country, we expect too much, but we are not that responsible towards the country or towards our duty। Okay, so yesterday's slide was, we want Indian Airlines, ਆਪਾਂ ਕਰ ਰਹੇ ਸੀ ਕਿ Air India, Indian Airlines ਸਾਨੂੰ food ਤਾਂ ਬਹੁਤ ਅੱਛਾ ਦੇਵੇ, but ਅਸੀਂ pilfering ਤੋਂ ਨਹੀਂ ਬਾਜ਼ ਆਉਂਦੇ, है ना। This applies even to the staff who is known not to pass on the service to the public। और यही चीज ਉਹਨਾਂ ਤੇ ਵੀ ਅਪਲਾਈ ਹੁੰਦੀ ਹੈ, ਉਸ ਸਟਾਫ ਤੇ ਜਿਹੜਾ ਕੋਈ ਸਰਵਿਸ ਨਹੀਂ ਵੀ ਦੇ ਰਿਹਾ ਨਾ, ਤਾਂ ਵੀ ਉਹ ਇਹੀ ਕੁਝ ਕਰ ਰਿਹਾ ਹੈ ਨਾ, ਕਿ ਅਸੀਂ ਪਿਲਫਰਿੰਗ ਕਰ ਰਹੇ ਹਾਂ, ਅਸੀਂ ਚੋਰੀ ਕਰ ਰਹੇ ਹਾਂ, ਲੇਕਿਨ ਅਸੀਂ ਐਕਸਪੈਕਟ ਬਹੁਤ ਜ਼ਿਆਦਾ ਕਰ ਰਹੇ ਹਾਂ। ਠੀਕ ਹੈ, ਹੁਣ ਇਹ ਬੜਾ ਇੰਪੋਰਟੈਂਟ ਲਾਈਨ ਹੈ, when it comes to burning social issues। ਜਦੋਂ ਭਖਦੇ ਹੋਏ ਮਸਲਿਆਂ ਦੀ ਗੱਲ, ਇੱਥੇ ਬਰਨਿੰਗ ਦਾ ਮਤਲਬ ਹੈ ਭਖਦੇ ਹੋਏ ਮਸਲੇ। ਆਪਾਂ ਕਹਿੰਦੇ ਨਾ
कि इस टाइम सब तो बड़ा बर्निंग इशू है जिहड़ा फार्मर्स एजिटेशन हो रहा है, किसान जिहड़े प्रोटेस्ट कर रहे हैं, एक बर्निंग इशू है, बहुत भखदा होया मसला है, ठीक है। सो व्हेन इट कम्स टू बर्निंग सोशल इश्यूज लाइक दोज related to women, dowry, girl child and others, we make loud drawing room protestations. ਜਦੋਂ ਭਖਦੇ ਮਸਲਿਆਂ ਦੀ ਗੱਲ ਆਉਂਦੀ ਹੈ, ਫॉर एग्जांपल ਔਰਤਾਂ ਦੇ ਨਾਲ ਕੋਈ ਸੰਬੰਧਿਤ ਹੈ, ਕੋਈ ਡਾਊਰੀ ਦੇ ਨਾਲ ਸੰਬੰਧਿਤ ਹੈ, ਆਈ ਥਿੰਕ ਆਲ ਆਫ ਯੂ ਸ਼ੁਡ ਨੋ ਦ ਮੀਨਿੰਗ ਆਫ ਡਾਊਰੀ, ਜਿਹਨੂੰ ਨਹੀਂ ਪਤਾ ਉਹ ਹੁਣ ਪਤਾ ਕਰੋ, ਆਈ ਹੈਵ ਟੋਲਡ ਯੂ ਮੈਨੀ ਟਾਈਮਸ। ਗਰਲ ਚਾਈਲਡ, ਕੁੜੀਆਂ, ਉਹਨਾਂ ਦੇ ਬਾਰੇ ਕੋਈ ਐਂਡ ਅਦਰਸ, ਔਰ ਹੋਰ ਵੀ ਜਿਹੜੇ ਮਸਲੇ ਹੈ, ਜਿਹੜੇ ਬਰਨਿੰਗ ਇਸ਼ੂਜ਼ ਹੈ, ਉਹਨਾਂ ਦੀ ਜਦੋਂ ਗੱਲ ਆਉਂਦੀ ਹੈ, ਵੀ ਮੇਕ ਲਾਊਡ ਡਰਾਇੰਗ ਰੂਮ ਪ੍ਰੋਟੈਸਟੇਸ਼ਨਸ। ਡਰਾਇੰਗ ਰੂਮ ਪ੍ਰੋਟੈਸਟੇਸ਼ਨ ਹੁੰਦੇ ਆ ਕਿ ਅਸੀਂ ਆਪਣੇ ਘਰ ਦੇ ਡਰਾਇੰਗ ਰੂਮ 'ਚ ਬੈਠ ਕੇ ਕਹਿ ਰਹੇ ਹਾਂ ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ, ਟੀਵੀ ਦੇ ਸਾਹਮਣੇ ਬੈਠੇ ਹਾਂ, ਉੱਥੇ ਪ੍ਰੋਟੈਸਟ ਕਰ ਰਹੇ ਹਾਂ। ਵੀ ਆਲ ਡੂ ਦਿਸ, ਅਸੀਂ ਵੀ ਇਹੀ ਕੁਛ ਹੀ ਕਰਦੇ ਹਾਂ ਕਿ ਅੱਜ ਅਸੀਂ ਫਾਰਮਰਸ ਦੇ ਬਾਰੇ ਪੜ੍ਹ ਰਹੇ ਹਾਂ ਜਾਂ ਸੁਣ ਰਹੇ ਹਾਂ, ਤੇ ਅਸੀਂ ਇੱਥੇ ਬੈਠ ਕੇ ਆਪਣੇ ਘਰ 'ਚ ਆਰਾਮ ਨਾਲ ਟੀਵੀ ਦੇ ਅੱਗੇ ਬੈਠ ਕੇ ਕੀ ਕਹਿ ਰਹੇ ਹਾਂ, ਇਹ ਫਾਰਮਰਸ ਨਾਲ ਬਹੁਤ ਏਦਾਂ ਹੋ ਰਿਹਾ, ਏਦਾਂ ਹੋ ਰਿਹਾ, ਏਦਾਂ ਹੋ ਰਿਹਾ, ਅਸੀਂ ਕਹਿ ਰਹੇ ਹਾਂ ਨਾ, ਪ੍ਰੋਟੈਸਟ ਹੀ ਕरें, ਇੱਕ ਤਰ੍ਹਾਂ ਦਾ ਵਿਰੋਧ ਕਰ ਰਹੇ ਹਾਂ, but we are sitting in the drawing room in front of our TV and we are protesting. So in the same manner डॉक्टर साहब ने की किया है कि ਜਦੋਂ social issues ਦੀ ਗੱਲ ਆਉਂਦੀ ਹੈ, ਅਸੀਂ ਬਹੁਤ loud protestations ਕਰਦੇ ਹਾਂ, ਵਿਰੋਧਤਾ ਕਰਦੇ ਹਾਂ, protestation ਹੋ ਗਈ ਵਿਰੋਧਤਾ, ਠੀਕ ਹੈ। ਬੱਚੇ ਹਾਂ ਡਾਊਰੀ ਸਿਸਟਮ, ਦਾਜ ਪ੍ਰਥਾ, ਦਾਜ ਦਹੇਜ ਹੋ ਗਿਆ, you have written it 5 times, ਉਸ ਤੇ ਧਿਆਨ ਦੇ ਲਓ ਜੋ ਅਸੀਂ ਕਰ ਰਹੇ ਹਾਂ, what we are doing, ਤੁਸੀਂ ਉਹ ਚੀਜ਼ ਕਰ ਲਓ ਨਾ। and continue to do the reverse at home, और ਅਸੀਂ protestation ਕਰ ਰਹੇ ਹਾਂ और ਉਸ ਤੋਂ ਪੁੱਠਾ ਅਸੀਂ ਆਪਣੇ ਘਰ ਕਰ ਰਹੇ ਹਾਂ, like I am talking about कि ਇਹ dowry system नहीं होना चाहिए, है ना, एक आजकल कुड़ियां ते बहुत अत्याचार हो रहे हैं, but we are doing reverse at my home, घर में वही कुछ कर रही हूँ, है ना, घर में ये कह रही है की हो जाएगा जे मेरा मुंडा दहेज ले लेगा, की हो जाएगा जे अगर मेरी नूह है वो इस तरह कर लेगी, तो की हो जाएगा जो दाज लेके आ जाएगी। सो वी आर डूइंग रिवर्स। रिवर्स की हुंदा पुट्ठा, पुट्ठा है ना, जिवें गड्डी च की हुंदा रिवर्स गियर हुंदा है, पुट्ठा, रिवर्स मीन्स उल्टा, है ना। आवर एक्सक्यूज, साडा बहाना की है, it's the whole system which has to change. How will it matter if I alone forgo my son's right to a dowry? मेरा बहाना की होएगा, ये तो पूरे सिस्टम च चेंज होनी चाहिए है। हाउ विल इट मैटर, ये कितना को मैटर करेगा जे अगर मैं कल्ली ही और मेरा बेटा कल्ले ही दाज ले लेगा, या दाज नहीं, अगर दाज नहीं लेगा तो ਉਹਦੇ ਨਾਲ पूरी सोसाइटी ਨੂੰ ਕੀ फर्क पेगा, मेरे कल्ले ਨਾਲ ਕੀ फर्क पेगा। ਇਹ ਸਾਡਾ एक्चुअली ਇਹ ਸਾਡਾ ਸਾਰਿਆਂ ਦਾ पॉइंट ਹੁੰਦਾ ਹੈ। इट हैपेंस विद मी आल्सो। ਅਸੀਂ ਕਹਿ ਦਿੰਦੇ ਆ ਕਿ ਇਦਾਂ ਹੋਣਾ ਚਾਹੀਦਾ ਹੈ, बट फिर ਅਸੀਂ ਕਹਿ ਦਿੰਦੇ ਮੇਰੇ ਕੱਲੇ ਦੇ ਵਿਰੋਧ ਕਰਨ ਨਾਲ ਕੀ ਹੋਏਗਾ, है ना, तो पूरा सिस्टम ही चेंज होवे, मैं कल्ली की कर लूंगी। बट इत्थे मतलब ये है कि जिहड़ी चेंज है वो साडे कल्ले तो ही शुरू होएगी, है ना। सो नाउ ही इज सेइंग, सो हु इज गोइंग टू चेंज द सिस्टम। अगर असीं सारे यही सोची जावांगे कि सिस्टम च चेंज किद्दां आएगी, सिस्टम च चेंज किद्दां आएगी, तो कौन चेंज करेगा। मैनूं इत्थे एक सिस्टम च चेंज तो एक गल याद आई, अरविंद केजरीवाल दा नाम तुसीं सारिआं ने सुणिआ ही होया है। अरविंद केजरीवाल की सीगे, वो आईआईटी दे इंजीनियर सी। आईआईटी तुहानूं पता है कह लो इंडिया दी टॉप मोस्ट इंजीनियरिंग इंस्टीट्यूट है ना, जिथे एडमिशन लैण लई बच्चे तरसदे हैं जिहड़े इंजीनियरिंग करन वाले, उथों दे वो इंजीनियर सी। ते उन्हां नूं इस जिहड़ा पॉलिटिकल सिस्टम तो बहुत प्रॉब्लम सी, ठीक है। उन्हां ने कि उन्हां दा यही वर्ड सी कि जिहड़ा सिस्टम है ना, सिस्टम खराब है ना, सिस्टम च चेंज सिस्टम दे अंदर जाके होएगी। सो उन्होंने तुहानूं सारिआं नूं पता है कि दिल्ली दे विच उन्होंने किस तरह दी चेंज लेके आंदी है ना। सो एक बुक होर है, आई हैव अ ड्रीम, ਉਹਦੇ ਵਿੱਚ डॉक्टर अरविंद केजरीवाल ਜਿਹੜੇ है ना, ਉਹਨਾਂ ਦੇ ਬਾਰੇ बहुत कुछ लिखे। आई हैव अ ड्रीम, ਇਹ बुक मैनूं डॉक्टर सरबजीत सिंह जी ने दित्ती सी, ਤੇ ਉਹਦਾ ਇਹ ਚੈਪਟਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਅਰਵਿੰਦ ਕੇਜਰੀਵਾਲ ਦਾ। ਸੋ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜਾ ਸਿਸਟਮ ਹੈ ਨਾ, ਉਹ ਸਾਨੂੰ ਇੰਡੀਵਿਜੂਅਲੀ ਹੀ ਸਾਨੂੰ ਚੇਂਜ ਕਰਨਾ ਪਏਗਾ।
और सिस्टम के अंदर जाके सो उन्होंने अपनी इंजीनियरिंग और इन्नी अच्छी जॉब छड़ के पॉलिटिक्स ज्वाइन कर लिया सीगा, ठीक है। सो व्हाट डज अ सिस्टम कंसिस्ट ऑफ? एक्चुअली सिस्टम हुंदा की है, किदे तो बनदा है? वेरी कन्वीनियंटली फॉर अस इट इज आवर नेबर, our other households, other cities, other communities and the government. ਸਾਨੂੰ ਕੀ ਲੱਗਦਾ ਸਿਸਟਮ ਕੀ ਹੈ? ਸਾਡੇ ਗੁਆਂਢੀ, ਸਾਡੇ ਘਰ ਦੇ, ਸਾਡਾ ਸ਼ਹਿਰ, ਸਾਡੀ ਕਮਿਊਨਿਟੀ, ਸੁਸਾਇਟੀ ਔਰ ਸਰਕਾਰ। ਬਟ ਨਾਟ ਮੀ ਐਂਡ ਯੂ। ਮੈਂ ਤੁਸੀਂ ਨਹੀਂ, ਆਪਾਂ ਕਹਿ ਦਿੰਦੇ ਆ ਸਿਸਟਮ ਕੀ ਹੈ, ਉਹਨੇ ਇਹ ਕੀਤਾ, ਉਹਨੇ ਇਹ ਕੀਤਾ, ਉਹਨੇ ਇਹ ਕੀਤਾ। ਉਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਉਸ ਸਿਸਟਮ 'ਚ ਮੈਂ ਵੀ ਆ, ਹੈ ਨਾ। when it comes to us actually making a positive contribution to the system, ਜਦੋਂ ਅਸਲ ਵਿੱਚ ਕੀ ਹੁੰਦਾ ਹੈ ਕਿ ਜਦੋਂ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਇੱਕ ਪੋਜ਼ਿਟਿਵ ਕੰਟਰੀਬਿਊਸ਼ਨ ਦੇਣ ਦੀ ਗੱਲ ਆਉਂਦੀ ਹੈ, ਇੱਕ ਹਾਂ ਪੱਖੀ ਆਪਣਾ ਰੋਲ ਅਦਾ ਕਰਨ ਦੀ ਗੱਲ ਆਉਂਦੀ ਹੈ। we lock ourselves along with our families into a safe cocoon. ਅਸੀਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ, अपने आप ਨੂੰ सेव कर लेने, cocoon ਦੇ ਅੰਦਰ ਬੰਦ ਹੋ ਕੇ ਬੈਠ ਜਾਂਦੇ ਨਾ। what is cocoon? Can anyone tell me what is cocoon? ਇਹ ਤੁਹਾਡਾ 5th ਜਾਂ 6th ਦਾ ਕੁਐਸਚਨ ਹੈ। what is a cocoon? ਮੈਨੂੰ ਪ੍ਰਾਈਵੇਟਲੀ ਦੱਸਣਾ, ਪ੍ਰਾਈਵੇਟਲੀ ਸੈਂਡ ਕਰਨਾ ਆਨਸਰ ਜਲਦੀ ਜਲਦੀ, ਗੂਗਲ ਤੋਂ ਨਹੀਂ ਸਰਚ ਕਰਨਾ। what is a cocoon? no one is answering. हाँ वेरी गुड, सैलीन कौर ने सब तो पहले जवाब देता है, वेरी गुड। हाँ जी, आज हरलीन कौर ने नहीं ज्वाइन किया, हरनूर सॉरी, जैमनदीप सिंह भी नहीं है आज। जशनदीप भी आई थिंक आज नहीं आए। आज साइंस वाले बच्चे घट आए ने। चलो आई टेल यू व्हाट इज अ ककून। देखो सैलीन कौर ने लिखा है सिल्क वर्म अपने आले दुआले करता है। ककून नहीं बच्चे, हाँ हो सकता है रुखा ते कई बार लटक रहा हुंदा है। हाँ हाँ जाला जी, अमृतप्रीत ने भी ठीक लिखा है, बिल्कुल। बेटे की हुंदा है जेड़ा बटरफ्लाई रेशम दे कीड़े दी भी आपां गल करदे हैं। रेशम दा कीड़ा हुंदा है ना, वो की करदा है जदों वो एग्स दे विचों निकलदा है, उस तो बाद वो पत्ते खा के अपने आप ਨੂੰ ਕਕੂਨ ਵਿੱਚ ਲਪੇਟਦਾ ਜਾਂਦਾ ਹੈ, ਇੱਕ ਜਾਲੇ ਵਿੱਚ ਲਪੇਟਦਾ ਜਾਂਦਾ ਹੈ, ਇੱਕ ਇਦਾਂ ਦਾ ਘਰ ਬਣਾ ਲੈਂਦਾ ਹੈ। ਸੋ ਦੈਟ ਇਜ਼ ਅ ਕਕੂਨ। ਬਟਰਫਲਾਈ ਦਾ ਫਰਸਟ ਸਟੈਪ ਹੁੰਦਾ ਹੈ ਐਗਸ, ਐਗਸ ਤੋਂ ਲਾਰਵਾ, ਲਾਰਵਾ ਤੋਂ ਪਿਊਪਾ ਐਂਡ ਪਿਊਪਾ ਤੋਂ ਬਟਰਫਲਾਈ। ਐਮ ਆਈ ਰਾਈਟ? ਹਾਂ ਇਦਾਂ ਹੀ ਹੈ, ਠੀਕ ਹੈ। ਸੋ ਕੀ ਕਰਦਾ ਹੈ, ਐਗ ਦੇ ਵਿੱਚੋਂ ਕੀੜਾ ਨਿਕਲ ਕੇ ਉਹਨੂੰ ਜਦੋਂ ਖਾਈ ਜਾਂਦਾ ਨਾ ਪੱਤਿਆਂ ਨੂੰ, ਉਹ ਆਪਣੇ ਆਲੇ ਦੁਆਲੇ ਇੱਕ ਜਾਲਾ ਬਣਾ ਲੈਂਦਾ ਹੈ। ਜਾਲਾ ਬਣਾ ਕੇ ਉਹਦੇ ਅੰਦਰ ਪਿਆ ਰਹਿੰਦਾ ਹੈ, ਔਰ ਜਦੋਂ ਤੱਕ ਉਹ ਬਟਰਫਲਾਈ ਨਹੀਂ ਬਣਦਾ ਨਾ, ਉਹ ਕਕੂਨ ਦੇ ਵਿੱਚ ਹੀ ਪਿਆ ਰਹਿੰਦਾ ਹੈ। ਫਿਰ ਜਦੋਂ ਤਿਆਰ ਹੋ ਜਾਂਦਾ ਕਕੂਨ ਨੂੰ ਫਾੜ ਕੇ, ਉਹ ਬਟਰਫਲਾਈ ਬਣ ਕੇ ਉੱਡ ਜਾਂਦਾ ਹੈ। ਸੋ ਕਕੂਨ ਕੀ ਹੈ, ਉਹਦਾ ਇੱਕ ਘਰ ਹੈ, ਉਹਦੇ ਵਿੱਚ ਉਹ ਸੇਫ ਪਿਆ ਰਹਿੰਦਾ ਹੈ ਨਾ। ਕਕੂਨ ਦੇ ਵਿੱਚ ਉਹ ਜਿਹੜਾ ਕੀੜਾ ਹੈ ਉਹ ਸੇਫ ਪਿਆ ਰਹਿੰਦਾ ਹੈ ਨਾ। ਹਾਂ 7th ਕਲਾਸ ਚ ਇਹਦੇ ਬਾਰੇ ਪੂਰੇ ਡਿਟੇਲ ਵਿੱਚ ਦੱਸਦੇ ਨੇ। ਹਾਂਜੀ ਠੀਕ ਹੈ। ਸੋ ਕਕੂਨ ਦੇ ਵਿੱਚੋਂ ਨਿਕਲ ਗਿਆ। ਸੋ ਅਸੀਂ ਕੀ ਕਰੇ, ਅਸੀਂ ਵੀ ਆਪਣੇ ਆਪ ਨੂੰ ਇੱਕ ਸੇਫ ਉਹਦੇ ਚ ਬਿਠਾ ਲਿਆ ਕਿ ਅਸੀਂ ਅੰਦਰ ਵੜ ਕੇ ਬੈਠ ਜਾਂਦੇ ਹਾਂ। ਜਦੋਂ ਕੰਟਰੀਬਿਊਸ਼ਨ ਕਰਨ ਦੀ ਗੱਲ ਆਉਂਦੀ, ਜਦੋਂ ਸਾਡਾ ਆਪਣਾ ਦੇਣ ਦੀ ਗੱਲ ਆਉਂਦੀ ਕਿ ਅਸੀਂ ਕੀ ਆਪਣਾ ਹਿੱਸਾ ਪਾਈਏ, ਕੰਟਰੀਬਿਊਸ਼ਨ ਹੁੰਦਾ ਆਪਣਾ ਹਿੱਸਾ ਪਾਣਾ। So when it comes to actually making a positive contribution to the system, ਅਸੀਂ ਕੀ ਕਰਦੇ ਹਾਂ, we lock ourselves, ਅਸੀਂ ਆਪਣੇ ਆਪ ਨੂੰ lock ਕਰ ਲੈਂਦੇ ਹਾਂ with our family, ਠੀਕ ਹੈ। And what do we do? Hold on. And into a safe cocoon and look into the distance at countries far away. फिर ਆਪਾਂ ਦੂਜੀ ਕੰਟਰੀਜ਼ ਨੂੰ ਦੇਖਦੇ ਹਾਂ, ਉਸ ਕੰਟਰੀ ਵਿੱਚ ਇਹ ਹੋ ਰਿਹਾ ਹੈ, ਇਹ ਹੋ ਰਿਹਾ ਹੈ, and wait करते हैं कि कोई मिस्टर क्लीन आएगा और कोई चमत्कार होएगा जिदे हाथ विच कोई मिस्टर क्लीन दे हाथ विच मिस्टर क्लीन ही कहदा ही होवी, कोई जादू दा कोई बंदा आएगा और वो की करेगा, कोई चमत्कार करेगा with a majestic sweep of his hand, भी अपने हैंड दा एक कोई हुंजा मारेगा तो साडा शहर साफ हो जाएगा, या फिर असी अपनी कंट्री छड़ के भज जावांगे। कहते तो सिस्टम ही खराब है, कंट्री छाड़ ही दो, है ना। वी लीव द कंट्री एंड रन अवे।
like lazy cowards. Cowards ਹੁੰਦੇ हैं डरपोक, lazy आलसी डरपोक ਅਸੀਂ बने हुए हैं. Hounded by our fears, ਸਾਡੇ fears ਤੋਂ ਅਸੀਂ ਡਰੇ ਹੋਏ ਹਾਂ. Hound ਹੁੰਦਾ ਹੈ, hound ਦੇ ਵਿੱਚ ਇਹ ਦੋ ਮਤਲਬ ਹੈ. As a noun, hound ਹੁੰਦੇ ਹੈ ਸ਼ਿਕਾਰੀ ਕੁੱਤੇ. ਠੀਕ ਹੈ, ਮੈਂ ਇੱਕ ਪਿਕ ਵੀ ਤੁਹਾਨੂੰ ਦਿਖਾਵਾਂਗੀ. So hounded by our fears, ਅਸੀਂ ਆਪਣੇ ਡਰ ਦੇ ਨਾਲ, ਇੱਥੇ hounded ਦਾ ਮਤਲਬ ਵੀ ਡਰੇ ਹੋਏ, ਆਪਣੇ ਡਰ ਤੋਂ ਉਹ ਖੌਫਜ਼ਦਾ ਹੋਏ ਹੋਏ, ਹੈ ਨਾ. ਮਤਲਬ hound ਦਾ ਮਤਲਬ ਹੁੰਦਾ ਕਿਸੇ ਨੂੰ ਬਹੁਤ ਡਰਾਣਾ, ਪਰੇਸ਼ਾਨ ਕਰਨਾ, ਉਹ ਵੀ hound ਹੁੰਦਾ ਹੈ. By our fears, we run to America. ਅਸੀਂ ਅਮਰੀਕਾ ਵੱਲ ਭੱਜਦੇ ਹਾਂ. To bask in their glory. Okay. ਔਰ ਅਸੀਂ ਕੀ ਕਰਦੇ ਹਾਂ, ਹੁਣ ਦੇਖੋ ਇੱਥੇ ਇੱਕ ਵਰਡ ਆਇਆ ਬਾਸਕ. ਬਾਸਕ ਦਾ ਮਤਲਬ ਹੁੰਦਾ ਹੈ ਸੇਕਣਾ. ਕਿੱਦਾਂ, ਜਿਵੇਂ ਅਸੀਂ ਕਿਹਾ he was basking in the sun. ਇਹਦਾ ਮਤਲਬ ਹੁੰਦਾ ਹੈ ਧੁੱਪ ਨੂੰ ਸੇਕਣਾ. I am going to write here, to bask in the sun means ਧੁੱਪ ਸੇਕਣਾ. To bask in the sun, ਇਹਦਾ ਮਤਲਬ ਹੁੰਦਾ ਹੈ ਧੁੱਪ ਸੇਕਣਾ. To bask in the sun, ਧੁੱਪ ਸੇਕਣਾ. ਠੀਕ ਹੈ, ਇੱਥੇ ਵਰਡ ਆਇਆ ਹੈ. ਅਸੀਂ ਅਮਰੀਕਾ ਭੱਜਦੇ ਹਾਂ. To bask in their glory, ਉਹਨਾਂ ਦੀ ਸ਼ਾਨ ਸ਼ੌਕਤ ਸੇਕਣ ਲਈ, ਮਤਲਬ ਕਿ ਮਜ਼ਾ ਲੈਣ ਲਈ ਉਹਦਾ, ਹੈ ਨਾ. To bask ਜਿਵੇਂ ਅਸੀਂ ਕਹਿੰਦੇ ਆ, ਉਹ ਤਾਂ ਸਕਸੈਸ, ਅੱਜ ਕੱਲ ਸਕਸੈਸ ਦਾ ਮਜ਼ਾ ਲੈ ਰਿਹਾ ਵੀ, ਅੱਜ ਕੱਲ ਤਾਂ ਉਹਦੀ ਬੜੀ ਚੜਾਈ ਹੋਈ ਪਈ ਹੈ ਨਾ. ਤਾਂ ਅਸੀਂ ਕੀ ਕਹਿੰਦੇ ਆ, he was basking in his success, ਉਹ ਆਪਣੀ ਸਕਸੈਸ ਤੇ ਮਜ਼ੇ ਲੈ ਰਹੇ. ਸੋ ਇੱਥੇ ਇਡੀਓਮੈਟਿਕਲੀ ਬਾਸਕ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਮਜ਼ਾ ਲੈਣਾ, ਹੈ ਨਾ. To bask in their glory, ਉਹਨਾਂ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਹਦਾ ਮਜ਼ਾ ਲੈਣ ਲਈ. And praise their system, ਉਹਨਾਂ ਦੇ ਸਿਸਟਮ ਨੂੰ ਤਾਰੀਫ ਕਰਨ ਲਈ ਅਸੀਂ ਕੀ ਕਰ ਰਹੇ ਹਾਂ, ਅਸੀਂ ਅਮਰੀਕਾ ਵੱਲ ਭੱਜ ਰਹੇ ਹਾਂ. ਠੀਕ ਹੈ. ਜਦੋਂ when New York becomes insecure, we run to England. ਜਦੋਂ ਅਮਰੀਕਾ ਦੇ ਵਿੱਚ ਨਿਊਯਾਰਕ ਇਨਸਿਕਿਉਰ ਹੁੰਦਾ ਹੈ, ਅਸੀਂ ਇੰਗਲੈਂਡ ਵੱਲ ਨੂੰ ਭੱਜ ਲੈਂਦੇ ਹਾਂ. ਨਿਊਯਾਰਕ ਕੀ ਹੈ, ਅਮਰੀਕਾ ਦੀ ਸਿਟੀ ਹੈ ਨਾ ਨਿਊਯਾਰਕ. ਸੋ ਜਦੋਂ ਅਮਰੀਕਾ ਦੇ ਵਿੱਚੋਂ ਇਨਸਿਕਿਉਰਿਟੀ ਹੁੰਦੀ ਹੈ, ਉੱਥੇ ਹਾਲਾਤ ਖਰਾਬ ਹੁੰਦੇ ਆ, ਇਨਸਿਕਿਉਰ ਫੀਲ ਕਰਦੇ ਹਾਂ ਅਸੀਂ. ਇਨਸਿਕਿਉਰ ਹੁੰਦਾ ਹੈ ਅਸੁਰੱਖਿਅਤ, ਇਨਸਿਕਿਉਰ. ਜਦੋਂ ਅਮਰੀਕਾ 'ਚ ਅਸੀਂ ਇਨਸਿਕਿਉਰ ਫੀਲ ਕਰਦੇ ਹਾਂ, ਵੀ ਰਨ ਟੂ ਇੰਗਲੈਂਡ, ਅਸੀਂ ਇੰਗਲੈਂਡ ਵੱਲ ਭੱਜ ਜਾਂਦੇ ਹਾਂ. When England experiences unemployment, we take the next flight out to the Gulf. ਜਦੋਂ ਇੰਗਲੈਂਡ ਦੇ ਵਿੱਚ ਅਨਇੰਪਲੋਇਮੈਂਟ ਆ ਜਾਂਦੀ ਹੈ, ਅਸੀਂ ਕੀ ਕਹਿੰਦੇ ਹਾਂ, ਚਲੋ ਜੀ ਇਹ ਵਧੀਆ ਕੰਟਰੀ ਨਹੀਂ ਹੈ, ਇੱਥੇ ਤਾਂ ਬੇਰੁਜ਼ਗਾਰੀ ਬਹੁਤ ਹੈ, ਅਸੀਂ ਖਾੜੀ ਦੇਸ਼ਾਂ ਵੱਲ ਚੱਲਦੇ ਹਾਂ. ਗਲਫ, ਗਲਫ ਦਾ ਮਤਲਬ ਹੁੰਦਾ ਖਾੜੀ. ਔਰ ਅਗਰ ਲਿਖਿਆ ਹੋਵੇ ਨਾ ਕਿਤੇ ਕਿ ਵੀ ਆਈ ਐਮ ਗੋਇੰਗ ਟੂ ਦ ਗਲਫ, ਤਾਂ ਇਹਦਾ ਮਤਲਬ ਖਾੜੀ ਦੇਸ਼. ਕਿਉਂਕਿ ਜਿਹੜੇ ਖਾੜੀ ਦੇਸ਼ ਹੈ, ਤੁਹਾਨੂੰ ਪਤਾ ਹੋਏਗਾ, ਜਿਹੜੀ ਇਹ ਮੁਸਲਿਮ ਕੰਟਰੀਜ਼ ਨੇ, ਇਹ ਖਾੜੀ ਦੇਸ਼ ਨੇ. ਮੈਂ ਇਹਦੇ ਬਾਰੇ ਵੀ ਥੋੜੀ ਜਿਹੀ ਡਿਟੇਲ ਤੁਹਾਨੂੰ ਅੱਜ ਦਵਾਂਗੀ. ਇਹ ਕਿਉਂਕਿ ਇੱਥੇ ਸਾਰਾ ਆਇਲ ਦਾ ਕੰਮ ਹੈ ਨਾ, ਇੱਥੇ ਤੇਲ ਹੈ. ਇਰਾਕ ਹੋ ਗਿਆ, ਈਰਾਨ ਹੋ ਗਿਆ, ਬਹੁਤ ਸਾਰੇ ਖਾੜੀ ਦੇਸ਼ ਹੈ. UAE ਹੋ ਗਿਆ, ਤੇ ਇਹ ਬਹੁਤ ਅਮੀਰ ਹੈ. ਇਹ ਖਾੜੀ ਦੇਸ਼ ਨੇ ਜਿਹੜੇ ਬੜੇ ਅਮੀਰ ਹੈ, ਇਹਨਾਂ ਦੇ ਕੋਲ ਆਇਲ ਵਾਲੇ ਰਿਸੋਰਸਿਸ ਹੈ ਜਿਹੜੇ, ਉਹ ਬਹੁਤ ਜ਼ਿਆਦਾ ਨੇ. ਠੀਕ ਹੈ, ਤਾਂ ਅਸੀਂ ਫਿਰ ਕੀ ਕਹਿੰਦੇ, ਅਸੀਂ ਕਹਿੰਦੇ ਚਲੋ ਜੀ ਖਾੜੀ ਦੇਸ਼ਾਂ ਵੱਲ ਚੱਲੀਏ. ਦ ਗਲਫ, ਦ ਗਲਫ ਦੇਖੋ ਜੀ ਕੈਪੀਟਲ ਹੈ, ਤਾਂ ਇਹਦਾ ਮਤਲਬ ਖਾੜੀ ਦੇਸ਼. When the Gulf is war struck, ਜਦੋਂ ਖਾੜੀ ਦੇਸ਼ਾਂ ਦੇ ਵਿੱਚ ਵਾਰ ਸ਼ੁਰੂ ਹੋ ਜਾਂਦੀ ਹੈ, ਲੜਾਈ. ਕਿਉਂਕਿ ਬੱਚੇ ਦੇਖੋ, ਇਹਨਾਂ ਨੇ ਨਾਲ ਦੀ ਨਾਲ ਇੱਕ ਹੋਰ ਗੱਲ ਤੁਸੀਂ ਨੋਟਿਸ ਕਰੋਗੇ, ਨਾਲ ਦੀ ਨਾਲ ਉਹਨਾਂ ਨੇ ਇਹ ਦੱਸਣਾ ਚਾਹਿਆ ਹੈ ਕਿ ਨਿਊਯਾਰਕ ਤੇ ਵੀ ਮੁਸੀਬਤ ਆਈ ਸੀ, ਇੰਗਲੈਂਡ ਤੇ ਵੀ ਮੁਸੀਬਤ ਆਈ ਸੀ, ਖਾੜੀ ਦੇਸ਼ਾਂ ਵਿੱਚ ਵੀ ਮੁਸੀਬਤ. ਨਿਊਯਾਰਕ ਦਾ ਤੁਹਾਨੂੰ ਪਤਾ ਹੈ, ਟਵਿਨ ਟਾਵਰਸ, ਕਿਸੇ ਬੱਚੇ ਨੂੰ ਪਤਾ ਹੈ ਟਵਿਨ ਟਾਵਰ ਅਟੈਕ ਹੋਇਆ ਸੀਗਾ ਨਿਊਯਾਰਕ 'ਚ? Anyone knows? Kindly raise your hands. ਕਿਸੇ ਨੂੰ ਪਤਾ ਹੈ ਟਵਿਨ ਟਾਵਰ ਅਟੈਕ ਕੀ ਸੀਗਾ? ਜੇ ਕਿਸੇ ਨੂੰ ਪਤਾ ਹੈ ਆਪਣਾ ਹੈਂਡ ਰੇਜ਼ ਕਰੋ. ਅਮਰੀਕਾ ਦੇ ਵਿੱਚ ਹੋਇਆ ਸੀ, ਨਿਊਯਾਰਕ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਹੋਇਆ ਸੀਗਾ, 2 ਟਾਵਰਸ ਦੇ ਉੱਤੇ ਅਟੈਕ ਹੋਇਆ ਸੀ. ਇੱਕ ਹੋਰ ਹਿੰਟ ਦਿੰਦੀ ਆ, ਹਵਾਈ ਜਹਾਜ਼ ਟਕਰਾਇਆ ਸੀਗਾ ਉਹਨਾਂ ਬਿਲਡਿੰਗਸ ਦੇ ਨਾਲ. ਕਿਸੇ ਨੂੰ ਯਾਦ ਹੋਵੇ? No one knows about it. 26/11 ਨੂੰ, ਸਹਲੀਨ ਕੌਰ.
26/11 ਨੂੰ ਹੋਇਆ ਸੀ, ਉਹਨੂੰ 26/11 ਕਹਿੰਦੇ ਆ। 26/11 ਮੁੰਬਈ ਹੋਇਆ ਸੀ। 11/9 11/9 9/11 ਜਿਹਨੂੰ ਅਸੀਂ ਕਹਿੰਦੇ ਆ, 11 ਸਤੰਬਰ ਨੂੰ ਹੋਇਆ ਸੀ ਉਹ। ਹਾਂਜੀ ਦੱਸੋ ਸੈਲੀਨ ਕੌਰ। ਹਾਂਜੀ ਹਾਂਜੀ ਮੈਮ, ਮੈਨੂੰ ਵੀ ਥੋੜਾ ਜਿਹਾ ਇਹਦੇ ਬਾਰੇ ਨਹੀਂ ਪਤਾ ਸੀ। 9/11 ਇਸਲਾਮਿਕ नो, ਹਾਂਜੀ ਮੈਮ, हिरोशिमा नागासाकी नहीं बच्चे, हिरोशिमा नागासाकी नहीं। ਮੈਮ ਟੈਰਰਿਸਟ ਜਿਹੜੇ 9/11 ਇਸਲਾਮਿਕ ਦੇ ਹੀ ਆਈ ਥਿੰਕ ਉਹਨਾਂ ਵੱਲੋਂ ਹੋਇਆ ਸੀ ਨਾ। ਉਹ ਜਿਹੜਾ ਹਾਂਜੀ ਮੈਮ ਜਿਹੜੇ ਇਸਲਾਮਿਕ ਟੈਰਰਿਸਟ ਸੀ, ਆਈ ਥਿੰਕ ਉਧਰੋਂ ਟੈਰਰਿਸਟ ਆਏ ਸੀ, ਉਹਨਾਂ ਵੱਲੋਂ ਹੋਇਆ ਸੀ ਸ਼ਾਇਦ। ਹਾਂਜੀ ਇਹ ਕਿਹਾ ਜਾਂਦਾ ਹੈ ਕਿ ਉਹ ਉਸਾਮਾ ਬਿਨ ਲਾਦੇਨ ਹੈ ਜਿਹੜਾ, ਹਾਂਜੀ ਉਹਨੇ ਕਰਵਾਇਆ ਸੀਗਾ। ਦੋ ਜਹਾਜ਼ ਅਮਰੀਕਾ ਵਿੱਚ ਨਿਊਯਾਰਕ ਦੇ ਵਿੱਚ 11 ਸਤੰਬਰ, ਉਹਨੂੰ 9/11 ਇਸ ਲਈ ਕਹਿੰਦੇ ਆ ਕਿਉਂਕਿ ਅਮਰੀਕਾ ਵਿੱਚ ਡੇਟ ਵਿੱਚ ਮੰਥ ਪਹਿਲੇ ਲਿਖਿਆ ਜਾਂਦਾ ਹੈ, ਡੇਟ ਬਾਅਦ ਚ ਲਿਖੀ ਜਾਂਦੀ। ਜਿਵੇਂ ਅਸੀਂ ਇੱਥੇ ਕੀ ਕਰਦੇ ਹਾਂ, ਅਸੀਂ 26 ਨਵੰਬਰ ਨੂੰ ਇੱਥੇ ਮੁੰਬਈ ਤੇ ਅਟੈਕ ਹੋਇਆ ਸੀ ਹੋਟਲ ਤਾਜ ਦੇ ਉੱਤੇ, ਉਹਨੂੰ 26/11 ਕਿਹਾ ਜਾਂਦਾ ਹੈ। 26 ਨਵੰਬਰ ਕਿਹਾ ਜਾਂਦਾ, 26/11 ਠੀਕ ਹੈ। ਹਾਂਜੀ ਉੱਥੇ ਜਿਹੜਾ ਹੋਇਆ ਸੀ ਉਹਨੂੰ 9/11 ਕਿਹਾ ਜਾਂਦਾ। ਉਹ 11 ਸਤੰਬਰ ਨੂੰ ਹੋਇਆ ਸੀਗਾ, ਬਟ ਉਹਨੂੰ 9/11 ਇਸ ਲਈ ਕਹਿੰਦੇ ਕਿਉਂਕਿ ਅਮਰੀਕਾ ਵਿੱਚ ਜਿਹੜੀ ਡੇਟ ਹੈ ਨਾ ਉਹਦੇ ਵਿੱਚ ਮੰਥ ਪਹਿਲੇ ਲਿਖਿਆ ਜਾਂਦਾ, ਡੇਟ ਬਾਅਦ ਚ। 11 ਸਤੰਬਰ ਨੂੰ ਅਟੈਕ ਹੋਇਆ ਸੀਗਾ ਤੇ ਜਹਾਜ਼ਾਂ ਨੇ ਦੋ ਬਿਲਡਿੰਗ ਦੇ ਵਿੱਚ ਸਿੱਧੇ ਦੋ ਜਹਾਜ਼ ਆ ਕੇ ਉਹਨਾਂ ਨੇ ਉਹ ਜਿਹੜੀ ਹੈ ਬਿਲਡਿੰਗਸ ਨੂੰ ਢਾ ਦਿੱਤਾ ਸੀ ਤੇ ਔਨ ਦ ਸਪੌਟ ਤਕਰੀਬਨ 5000 ਲੋਕ ਉਹਦੇ ਵਿੱਚ ਮਾਰੇ ਗਏ ਸੀਗੇ। ਉਹ ਬਿਲਡਿੰਗਸ ਨੀਚੇ ਦੁਨੀਆ ਦੇ ਸਭ ਤੋਂ ਉੱਚੀਆਂ ਉਹ ਬਿਲਡਿੰਗ ਸੀ, ਟਵਿਨ ਟਾਵਰ ਉਹਨੂੰ ਕਹਿੰਦੇ ਸੀਗੇ। ਟਵਿਨ ਟਾਵਰ ਮਤਲਬ ਦੋ ਟਾਵਰ ਇੱਕੋ ਜਿਹੇ ਸੀਗੇ। ਵਰਲਡ ਟ੍ਰੇਡ ਸੈਂਟਰ ਦੀ ਬਿਲਡਿੰਗ ਸੀ ਉਹ, ਤੇ ਉਹਦੇ ਵਿੱਚ ਜਦੋਂ ਹੋਇਆ ਤੇ ਉਹ ਨਾਲ ਦੀ ਨਾਲ ਉਹ ਬਿਲਡਿੰਗ ਉੱਥੇ ਕੰਮ ਕਰ ਰਹੇ ਸੀ ਲੋਕੀ, ਦਿਨ ਦਾ ਟਾਈਮ ਸੀਗਾ, ਤੇ ਦੋਨੋਂ ਬਿਲਡਿੰਗ ਨਾਲ ਦੀ ਨਾਲ ਕੋਲੈਪਸ ਹੋ ਗਈਆਂ ਸੀਗੀਆਂ। ਤੇ that was the most dangerous, the most painful attack in the history of New York. ਅਮਰੀਕਾ ਦੀ ਹਿਸਟਰੀ ਦਾ ਇੱਕ ਸਭ ਤੋਂ ਜ਼ਿਆਦਾ ਪੇਨਫੁਲ ਦਰਦਨਾਕ ਇਹ ਅਟੈਕ ਸੀਗਾ। ਠੀਕ ਹੈ, 9/11 ਅੱਜ ਸਰਚ ਕਰਨਾ ਜਾ ਕੇ। ਠੀਕ ਹੈ, ਓਕੇ। ਤੇ ਫਿਰ ਆਇਆ ਇੰਗਲੈਂਡ। ਹੁਣ ਇੰਗਲੈਂਡ ਦੇ ਉਹਨਾਂ ਨੇ ਸਿਸਟਮ ਦੀ ਗੱਲ ਕੀਤੀ ਕਿ ਜਦੋਂ ਇੰਗਲੈਂਡ 'ਚ ਅਨਇੰਪਲੋਇਮੈਂਟ ਹੈ, ਅਨਇੰਪਲੋਇਮੈਂਟ ਹੋ ਗਈ, ਇੰਗਲੈਂਡ ਦੇ ਵਿੱਚ ਵੀ ਅਨਇੰਪਲੋਇਮੈਂਟ ਦੀ ਬਹੁਤ ਪ੍ਰੋਬਲਮ ਹੈ। ਤਾਂ ਇਟ ਮੀਨਸ ਹੀ ਇਜ਼ ਟ੍ਰਾਈਂਗ ਟੂ ਸੇ ਕਿ ਐਵਰੀ ਕੰਟਰੀ ਵਿਲ ਫੇਸ ਕੁਛ ਨਾ ਕੁਛ, ਐਵਰੀ ਕੰਟਰੀ ਇਜ਼ ਗੋਇੰਗ ਟੂ ਫੇਸ ਸਮ ਪ੍ਰੋਬਲਮ। ਤਾਂ ਅਸੀਂ ਗਲਫ ਤੇ ਲੈ ਲੈਂਦੇ ਹਾਂ। ਤੇ ਗਲਫ ਵਾਰ, ਜਦੋਂ ਗਲਫ ਵਾਰ ਖਾੜੀ ਯੁੱਧ ਹੋਇਆ ਸੀਗਾ, ਆਈ ਥਿੰਕ ਉਦੋਂ ਤੋਂ ਤੁਸੀਂ ਸਾਰੇ, ਮੈਨੂੰ ਲੱਗਦਾ ਨਹੀਂ ਤੁਸੀਂ, ਤੁਹਾਡਾ ਬਰਥ ਵੀ ਹੋਇਆ ਹੋਣਾ, ਖਾੜੀ ਦੇਸ਼ਾਂ ਦਾ ਯੁੱਧ ਹੋਇਆ ਸੀ। ਇਰਾਕ ਦੇ ਉੱਤੇ ਅਟੈਕ ਕੀਤੇ ਗਏ ਸੀ। ਉਦੋਂ ਸੱਦਾਮ ਹੁਸੈਨ ਹੁੰਦੇ ਸੀ ਉੱਥੋਂ ਦੇ ਰਾਸ਼ਟਰਪਤੀ। ਤੇ ਉਹ ਜਿਹੜੇ ਖਾੜੀ ਦੇਸ਼ਾਂ ਦੇ ਵਿੱਚ ਬਹੁਤ ਡਿਸਟਰਬੈਂਸ ਰਹੀ ਸੀ, ਤਾਂ ਕਹਿੰਦੇ ਸੀ ਖਾੜੀ ਦੇਸ਼ਾਂ ਵਿੱਚ ਲੜਾਈ ਚੱਲ ਰਹੀ ਹੈ ਹਨਾ। ਤੇ ਜਦੋਂ ਗਲਫ ਜਿਹੜੇ ਹੈ ਖਾੜੀ ਦੇਸ਼ਾਂ ਦੇ ਵਿੱਚ ਵਾਰ ਹੋ ਗਈ ਸੀ, ਅਸੀਂ ਕਹਿੰਦੇ ਆ ਉੱਥੇ ਬਹੁਤ ਸਾਰੇ ਹਿੰਦੁਸਤਾਨੀ ਫਸ ਗਏ ਸੀਗੇ। ਫਿਰ ਅਸੀਂ ਕਹਿੰਦੇ ਆ ਵੀ ਸਾਡੀ ਸਰਕਾਰ ਸਾਨੂੰ ਆ ਕੇ ਘਰ ਨੂੰ ਲੈ ਜਾਵੇ। ਵੀ ਡਿਮਾਂਡ ਟੂ ਬੀ ਰੈਸਕਿਊਡ, ਸਾਨੂੰ ਬਚਾਇਆ ਜਾਵੇ। ਰੈਸਕਿਊ ਹੁੰਦਾ ਬਚਾਣਾ, ਸਾਨੂੰ ਅਸੀਂ ਡਿਮਾਂਡ ਕਰਦੇ ਸਾਨੂੰ ਬਚਾ ਲਿਆ ਜਾਵੇ। ਅਸੀਂ ਉੱਥੇ ਫਸ ਗਏ ਆ ਕਿਉਂਕਿ ਦੇਖੋ ਜਿਹੜੇ ਖਾੜੀ ਦੇਸ਼ ਹੈ ਨਾ, ਉੱਥੇ ਤੁਹਾਨੂੰ ਤੁਸੀਂ ਜਦੋਂ ਜਾਂਦੇ ਹੋ ਨਾ, ਉੱਥੇ ਤੋਂ ਤੁਹਾਨੂੰ ਨਾਗਰਿਕਤਾ ਨਹੀਂ ਮਿਲਦੀ ਹੈ। ਜਿਵੇਂ ਅਸੀਂ ਕਹਿੰਦੇ ਨਾ ਕਿ ਕੈਨੇਡਾ ਵਿੱਚ PR ਮਿਲ ਗਈ ਹੈ, ਆਸਟ੍ਰੇਲੀਆ 'ਚ PR ਮਿਲ ਗਈ ਹੈ। ਤੇ ਜਿਹੜੇ ਖਾੜੀ ਦੇਸ਼ ਹੈ ਉੱਥੇ ਨਾਰਮਲੀ ਕੀ ਹੈ, ਤੁਸੀਂ ਜਾਂਦੇ ਹੋ ਉੱਥੇ ਵਰਕ ਪਰਮਿਟ ਹੁੰਦਾ ਹੈ, ਉੱਥੇ ਤੁਹਾਨੂੰ PR ਨਹੀਂ ਮਿਲਦੀ ਹੁੰਦੀ। ਉੱਥੇ ਤੁਸੀਂ ਕੰਮ ਕਰਨ ਜਾਂਦੇ ਹੋ ਤੇ ਕੰਮ ਕਰਕੇ ਤੁਹਾਨੂੰ ਆਉਣਾ। ਜੇ ਅਗਰ ਤੁਸੀਂ ਉੱਥੇ ਫਸੇ, ਹੁਣ ਤੁਹਾਨੂੰ ਲੱਗਦਾ ਕਿ ਅਸੀਂ ਇੱਥੋਂ ਦੇ ਤਾਂ ਸਿਟੀਜ਼ਨ ਹੈ ਹੀ ਨਹੀਂ, ਇੱਥੇ ਫਸ ਗਏ ਹਾਂ, ਸਾਨੂੰ ਵਾਪਸ ਇੰਡੀਆ ਲੈ ਕੇ ਜਾਓ, brought home by the Indian government. So what actually he is trying to say ਕਿ ਅਸੀਂ ਸਿਸਟਮ ਦੇ ਵਿੱਚ ਤਾਂ ਅਸੀਂ we keep on nitpicking everything ਹੈ ਨਾ। ਅਸੀਂ ਉਸ ਦਿਨ ਵਰਡ ਕੀਤਾ ਸੀ nitpicking, ਛੋਟੀ ਛੋਟੀ ਗਲਤੀ ਨਿਕਾਲ ਰਹੇ ਆ ਕਿ ਅਗਰ ਇੱਕ ਕੰਟਰੀ 'ਚ ਪ੍ਰੋਬਲਮ, ਚਲੋ ਉਹ ਵਾਲੀ ਕੰਟਰੀ ਵਧੀਆ, ਉਹਦੇ 'ਚ ਪ੍ਰੋਬਲਮ ਹੈ, ਚਲੋ ਨੈਕਸਟ ਕੰਟਰੀ ਵਧੀਆ ਹੈ। ਬਟ ਫਿਰ ਅਸੀਂ ਜਦੋਂ ਕਿਤੇ ਫਸ ਜਾਂਦੇ, ਅਸੀਂ ਕਹਿੰਦੇ ਸਾਡੀ ਕੰਟਰੀ ਸਾਨੂੰ ਬਚਾ ਕੇ ਵੀ ਸਾਡੀ ਕੰਟਰੀ ਲੈ ਜਾਓ। ਠੀਕ ਹੈ ਨਾ। ਸੋ ਐਵਰੀਬਡੀ ਇਜ਼ ਆਊਟ ਟੂ ਅਬਿਊਜ਼ ਐਂਡ ਰੇਪ ਦ ਕੰਟਰੀ। ਹਰ ਕੋਈ ਕੰਟਰੀ ਨੂੰ ਅਬਿਊਜ਼ ਕਰ ਰਿਹਾ ਹੈ, ਗਾਲਾਂ ਕੱਢ ਰਿਹਾ ਐਂਡ ਰੇਪ ਦ ਕੰਟਰੀ। ਰੇਪ ਇੱਕ ਤਰੀਕੇ ਦਾ ਹੁੰਦਾ ਹੈ, ਮਤਲਬ ਤੁਸੀਂ ਗਲਤ ਹਰਕਤ ਕਰ ਰਹੇ ਹੋ ਆਪਣੀ ਕੰਟਰੀ ਦੇ ਨਾਲ, ਹੈ ਨਾ। ਨੋਬਡੀ ਥਿੰਕਸ ਆਫ ਫੀਡਿੰਗ ਦ ਸਿਸਟਮ। ਕੋਈ ਇਹ ਨਹੀਂ ਸੋਚਦਾ ਕਿ ਸਿਸਟਮ ਨੂੰ ਫੀਡ ਕੀਤਾ ਜਾਵੇ। ਫੀਡ ਮਤਲਬ ਹੁਣ ਇਹਨੂੰ ਕੁਛ ਏਦਾਂ ਦਾ ਉਹਨੂੰ ਦਿੱਤਾ ਜਾਵੇ ਕਿ ਉਹ ਫਲਰਿਸ਼ ਕਰੇ। ਫੀਡ ਕਰਨਾ ਹੁੰਦਾ ਨਾ, ਖਾਣਾ ਖਵਾਣਾ, ਉਹਨੂੰ ਨਰਿਸ਼ਮੈਂਟ ਦੇਣਾ। ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ। ਆਵਰ ਕੌਨਸ਼ੀਅੰਸ, ਦਿਸ ਇਜ਼ ਕੌਨਸ਼ੀਅੰਸ, CONSCIENCE। ਕੌਨਸ਼ੀਅੰਸ ਹੁੰਦਾ ਹੈ ਸਾਡੀ ਆਤਮਾ ਇਜ਼ ਮੌਰਟਗੇਜ ਟੂ ਮਨੀ। ਮੌਰਟਗੇਜ ਹੁੰਦਾ ਗਿਰਵੀ ਰੱਖ ਦੇਣਾ ਸਾਡੀ ਆਤਮਾ। ਅਸੀਂ ਪੈਸੇ ਵਾਸਤੇ
गिरवी रख ਦਿੱਤੀ ਹੈ। ਲਾਈਕ ਕਹਿਣ ਦਾ ਭਾਵ ਹੈ ਕਿ ਵੀ ਆਰ ਆਫਟਰ ਮਨੀ ਓਨਲੀ, ਹੈ ਨਾ। ਅਸੀਂ ਸਿਰਫ ਮਨੀ ਦੇ ਪਿੱਛੇ ਅਸੀਂ ਆਪਣੀ ਆਤਮਾ ਨੂੰ ਗਿਰਵੀ ਰੱਖਤਾ ਉਸ ਪੈਸੇ ਦੇ ਲਈ। ਮੌਰਟਗੇਜ ਕਰਨਾ ਹੁੰਦਾ ਹੈ ਗਿਰਵੀ ਰੱਖਣਾ, ਜਿਵੇਂ ਉਹਨੇ ਆਪਣੀ ਪ੍ਰਾਪਰਟੀ ਮੌਰਟਗੇਜ ਕੀਤੀ ਹੈ, ਇਹਨੂੰ ਮੌਰਗੇਜ ਵੀ ਕਹਿੰਦੇ ਆ। ਟੀ ਸਾਇਲੈਂਟ, ਮੌਰਗੇਜ ਵੀ ਹੁੰਦਾ ਹੈ, ਮੌਰਟਗੇਜ ਵੀ ਹੁੰਦਾ ਹੈ, ਠੀਕ ਹੈ, ਦੋਨੋਂ ਠੀਕ ਹੈ, ਬਟ ਅੱਜ ਕੱਲ ਇਹਨੂੰ ਮੌਰਗੇਜ ਅਸੀਂ ਕਹਿੰਦੇ ਆ। ਸੋ ਇਟ ਇਜ਼ ਮੌਰਗੇਜ ਟੂ ਮਨੀ। ਨੈਕਸਟ ਇਜ਼ ਆਈ ਐਮ ਐਕੋਇੰਗ, ਐਕੋ ਹੁੰਦਾ ਹੈ ਸਾਊਂਡ ਕਰਨਾ, ਬੋਲਣਾ, ਮੈਂ ਉਹ ਵਾਲੀ ਚੀਜ਼ ਨੂੰ ਦੁਹਰਾ ਰਿਹਾ। ਐਕੋ, ਜਿਵੇਂ ਐਕੋ ਦਾ ਮਤਲਬ ਹੁੰਦਾ ਹੈ ECHO, ਐਕੋ ਦਾ ਮਤਲਬ ਹੁੰਦਾ ਜਿਵੇਂ ਮੰਨ ਲਓ ਕੋਈ ਖਾਲੀ ਰੂਮ ਹੈ, ਤੁਸੀਂ ਉੱਥੇ ਕੁਝ ਬੋਲਦੇ ਹੋ ਤੇ ਆਵਾਜ਼ ਵਾਪਸ ਗੂੰਜ ਕੇ ਆਉਂਦੀ ਹੈ ਨਾ, ਤਾਂ that is echo, 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 ਕਿ ਆਵਾਜ਼ ਮੇਰੀ ਐਕੋ ਕਰ ਰਹੀ ਹੈ, ਗੂੰਜ ਕੇ ਵਾਪਸ ਆ ਰਹੀ ਹੈ। ਤਾਂ ਕਹਿੰਦੇ ਕਿ ਮੈਂ ਜੌਨ ਐਫ ਕੈਨੇਡੀ ਜਿਹੜੇ ਸੀਗੇ, ਕਿਸੇ ਨੂੰ ਪਤਾ ਹੈ JF ਕੈਨੇਡੀ ਕੌਣ ਸੀਗੇ? ਜੌਨ ਐਫ ਕੈਨੇਡੀ ਕੌਣ ਸੀਗੇ? Anyone who can answer? ਬੱਚੇ ਆਈ ਥਿੰਕ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਹੁਣੇ ਮੇਰੇ ਦਿਮਾਗ 'ਚ ਇਹ ਵਿਚਾਰ ਆਇਆ, ਕੁਝ ਬਹੁਤ ਛੋਟੇ ਛੋਟੇ ਜਿਹੜੇ ਪॉइंट्स हैं, फैक्ट्स हैं, फिगर्स हैं, डेट्स हैं, वो आई ट्राई कि मैं उन्होंने कलैक्ट करके तुहानू दवां, तुसी उन्होंने याद कर लो। अब्राहम लिंकन कौन सी, जॉन एफ कैनेडी कौन सीगे, है ना, ओसामा बिन लादेन कौन सी, या इस डेट नू की होया, ट्विन टावर अटैक कदों होया, मुंबई अटैक टेरर अटैक कदों होया, ਜਿਹੜਾ 1984 ਸਿੱਖ ਮਸਾਕਰ ਹੈ ਉਹ ਕਦੋਂ ਹੋਇਆ, ਹੈ ਨਾ। ਅਮਰੀਕਨ ਪੋਲੀਟੀਸ਼ੀਅਨ ਸੀ, ਹਾਂਜੀ ਸੀਗੇ, ਪਰ ਕੌਣ ਸੀਗੇ? ਪੋਲੀਟੀਸ਼ੀਅਨ ਤਾਂ ਸੀਗੇ, ਕੌਣ ਸੀਗੇ? ਗੁਰਪਿੰਦਰ ਕੌਰ ਦਾ ਹਾਫ ਆਨਸਰ ਕਰੈਕਟ ਹੈ। ਕੌਣ ਸੀ ਉਹ? ਜੌਨ ਐਫ ਕੈਨੇਡੀ। ਚਲੋ ਇਹ ਲੱਭ ਲੈਣਾ, ਠੀਕ ਹੈ। ਹਾਂਜੀ ਬਿਲਕੁਲ ਸਹੀ ਹੈ। नो 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 नो, यूके नहीं बच्चे, USA, सैलीन कौर USA। हाँ गुरपिंदर कौर ने ਹੁਣ ठीक है अमेरिकन, हाँ वो अमेरिकन प्रेसिडेंट ਸੀਗੇ जॉन एफ कैनेडी, ठीक है। ਅਬਰਾਹਮ ਲਿੰਕਨ ਕੌਣ ਸੀ? ਅਬਰਾਹਮ ਲਿੰਕਨ ਦੀ ਲਾਈਫ ਕੀ ਸੀਗੀ, ਉਹ ਕਿੱਥੋਂ ਉੱਠ ਕੇ ਤੇ ਕਿੱਥੇ ਤੱਕ ਪਹੁੰਚੇ ਸੀਗੇ, ਹੈ ਨਾ। ਜਾਰਜ ਵਾਸ਼ਿੰਗਟਨ ਕੌਣ ਸੀਗੇ? ਮਾਰਗरेट ਥ੍ਰੈਚਰ ਕੌਣ ਹੈ? ਔਰ एलिजाबेथ कौन है? डायना कौन सी? प्रिंस चार्ल्स कौन है? ये सारा तुहानू पता होना चाहिए, ठीक है। ते मैं कोशिश करांगी ना सारिਆਂ ਨੂੰ ਨਾ डायरी ਤੇ ਨੋਟ ਕਰਕੇ ਤੇ ਸਾਰੇ ਪੁਆਇੰਟਸ ਇੱਕ ਵਾਰ ਤੁਹਾਡੀ ਜਨਰਲ ਨੌਲੇਜ ਦੀ ਕਲਾਸ ਆਪਾਂ ਇੱਕ ਦੋ ਰੱਖਾਂਗੇ, ਉਹਦੇ ਵਿੱਚ ਆਪਾਂ ਸਾਰਾ ਡਿਸਕਸ ਕਰਾਂਗੇ। ਉਹ ਪੁਆਇੰਟਸ ਨੂੰ ਨਾ ਤੁਸੀਂ ਆਪਣੀ ਡਾਇਰੀ ਦੇ ਵਿੱਚ ਨੋਟ ਕਰੀ ਜਾਇਆ ਕਰੋ, ਹੈ ਨਾ। ਤੇ 7 ਵੰਡਰਸ ਆਫ ਦ ਵਰਲਡ ਇਹ ਕੀ ਨੇ, ਕਿਹੜੀ ਕਿਹੜੀ ਕੰਟਰੀ ਦੀ ਕਿਹੜੀ ਕਿਹੜੀ ਬਿਲਡਿੰਗ ਹੈ ਬਹੁਤ ਫੇਮਸ ਹੈ ਜਾਂ ਮੋਨੂਮੈਂਟ ਆਫ ਫੇਮਸ ਹੈ, ਇਹ ਸਾਰਾ ਕੁਝ ਜਿਹੜਾ ਹੈ ਯੂ ਸ਼ੁਡ ਨੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਸੋ ਉਹ ਜੌਨ ਐਫ ਕੈਨੇਡੀ ਨੇ ਜੋ ਵਰਡਸ ਆਪਣੇ ਅਮਰੀਕਨਸ ਨੂੰ, ਆਪਣੀ ਕੰਟਰੀ ਨੂੰ ਕਹੇ ਸੀ, ਤੇ ਉਹੀ ਉਹ ਕਹਿੰਦੇ ਮੈਂ ਦੁਹਰਾ ਰਿਹਾ। ਕੀ ਦੁਹਰਾਇਆ ਉਹਨਾਂ ਨੇ? ਆਸਕ ਵਾਟ ਵੀ ਕੈਨ ਡੂ ਫॉर ਇੰਡੀਆ, ਅਸੀਂ ਇੰਡੀਆ ਲਈ ਕੀ ਕਰ ਸਕਦੇ ਹਾਂ, ਐਂਡ ਡੂ ਵਾਟ ਹੈਜ਼ ਟੂ ਬੀ ਡਨ to make India what America and other Western countries are today। जो अमेरिका ने, जो Western countries ने किया अपनी कंट्री ਲਈ, है ना, ਉਹ ਅਸੀਂ ਆਪਣੇ ਕੀ ਆਪਣੀ ਕੰਟਰੀ ਲਈ ਕਰ ਸਕਦੇ ਹਾਂ, ਉਹ ਕਰੀਏ। and do what has to be done, ਜੋ ਕਰਨਾ ਚਾਹੀਦਾ, ਠੀਕ ਹੈ। and let's do what India needs from us, ਇੰਡੀਆ ਨੂੰ ਸਾਡੇ ਤੋਂ ਕੀ ਚਾਹੀਦਾ ਹੈ, let's do that। so this is all about APJ अब्दुल कलाम स्पीच। हाँ जी, ते any questions? जिवें टाइटैनिक का इन्होंने पूछा, टाइटैनिक बारे तुहानू पता होना चाहिए टाइटैनिक है की सीगा, ठीक है। बच्चे टाइटैनिक तुसी किथे पढ़िया सीगा? मैम मैम हाँ जी बेटा। मैम ये मेरी ना कॉपी ਦੇ ਪਿੱਛੇ ਲਿਖਿਆ ਹੋਇਆ ਸੀ। ओके, सो ते शिप ਬਣਿਆ ਹੋਇਆ ਸੀ? यस मैम, शिप ਵੀ ਬਣਿਆ ਹੋਇਆ ਸੀਗਾ। ਉਹ शिप है, शिप ਦਾ ਨਾਮ ਸੀ टाइटैनिक। ओके मैम, ਤੇ मैम how do we pronounce the PROTESTATIONS? It's protestations,
मैम मीनिंग ਇਹਦਾ बच्चे प्रोटेस्ट करना, ਤੁਹਾਡੀ ਵਿਰੋਧਤਾ, ਵਿਰੋਧਤਾ ਤੁਹਾਡੀ ਵਿਰੋਧਤਾ ਹੈ ਨਾ, ਪ੍ਰੋਟੈਸਟੇਸ਼ਨਸ ਕਰ ਰਹੇ ਹਾਂ ਅਸੀਂ, ਵਿਰੋਧ ਕਰ ਰਹੇ ਹਾਂ, ਵਿਰੋਧਤਾਵਾਂ ਕਰ ਰਹੇ ਹਾਂ, ਠੀਕ ਹੈ। ਓਕੇ ਮੈਮ ਇੱਕ CONVENIENTLY ਕਨਵੀਨੀਐਂਟਲੀ, ਕਨਵੀਨੀਐਂਟ ਕਨਵੀਨੀਐਂਟਲੀ ਮਤਲਬ ਆਰਾਮ ਨਾਲ, ਆਪਣੀ ਸਹੂਲਤ ਦੇ ਨਾਲ, ਆਪਣੀ ਸਹੂਲਤ ਦੇ ਹਿਸਾਬ ਨਾਲ, ਕਨਵੀਨੀਐਂਟਲੀ ਬੜੇ ਆਰਾਮ ਨਾਲ। ਜਿਵੇਂ ਅਸੀਂ ਕਹਿੰਦੇ ਆ ਤੁਸੀਂ ਮੇਰੇ ਘਰ ਆ ਜਾਣਾ ਜਦੋਂ ਤੁਹਾਨੂੰ ਕਨਵੀਨੀਐਂਟ ਹੋਵੇ, ਜਦੋਂ ਤੁਹਾਨੂੰ ਠੀਕ ਰਵੇ, ਕੰਫਰਟੇਬਲ ਹੋਵੇ, ਕਨਵੀਨੀਐਂਟ ਹੋਵੇ, ਹੈ ਨਾ। ਜਿਵੇਂ ਅਸੀਂ ਕਹਿੰਦੇ ਆ ਕੰਮ ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਕਰ ਲੈਣਾ, ਡੂ ਐਜ਼ ਪਰ ਯੋਰ ਕਨਵੀਨੀਅੰਸ। ਓਕੇ ਮੈਮ। ਤੇ ਮੈਮ ਅਨਇੰਪਲੋਇਮੈਂਟ ਦਾ ਆਪਾਂ ਕੀ ਕਹਿ ਸਕਦੇ ਹਾਂ ਮੀਨਿੰਗ? ਬੇਰੁਜ਼ਗਾਰੀ, 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 ਬੇਰੁਜ਼ਗਾਰੀ। ਇੱਕ ਮੈਮ MORTGAGED, ਬੱਚੇ ਇਟਸ ਮੌਰਗੇਜ। ਮੌਰਗੇਜ ਦੱਸਦੀ ਆ ਨਰਗਿਸ, ਦੱਸਦੀ ਆ ਮੈਂ 2 ਮਿੰਟ। ਮੌਰਗੇਜ ਹੁੰਦਾ ਹੈ ਗਿਰਵੀ ਰੱਖਣਾ, ਓਕੇ ਹੈ ਨਾ, ਮੌਰਗੇਜ। ਮੈਮ ਇੱਕ ਤੁਸੀਂ ਦੱਸਿਆ ਸੀ ਟੂ ਬਾਸਕਿੰਗ ਦੀ ਸਨ, ਮਤਲਬ ਧੁੱਪ ਨੂੰ ਸੇਕਣਾ। ਮੈਮ ਅਗਰ ਮਤਲਬ ਆਪਾਂ ਨੂੰ ਕੋਈ ਜੇਕਰ ਪੁੱਛਦਾ ਹੋਵੇ ਵੀ ਤੁਸੀਂ ਕੀ ਕਰ ਰਹੇ ਤੇ ਇਦਾਂ ਆਪਾਂ ਬੋਲ basking in the sun, yeah, I am basking in the sun, I am sitting outside and basking in the sun. ਓਕੇ ਮੈਮ। ਹਾਂ ਹੁਣ ਆ ਗਿਆ ਨਾ, ਬਾਸ ਕਰਨ ਦਾ ਟਾਈਮ ਆ ਗਿਆ। ਯੈਸ ਮੈਮ, ਹੈ ਨਾ, ਠੀਕ ਹੈ। ਤੇ I am ma'am basking in the sun and having groundnuts and good। ਹਾਂਜੀ ਬੋਲੋ। ਯੈਸ ਮੈਮ। ਮੈਮ ਆਸਕ ਵਟ ਵੀ ਕੈਨ ਵਾਲੇ ਤੋਂ ਲੈ ਕੇ ਐਂਡ ਤੱਕ ਸਮਝਾ ਦੋ, ਕਨੈਕਸ਼ਨ ਪ੍ਰੋਬਲਮ ਹੋ ਗਈ ਤਾਂ। ਅੱਛਾ ਹਾਂ 1 ਮਿੰਟ ਮੈਂ ਕਰਵਾਨੀ ਆ। ਪਹਿਲੇ ਮੈਨੂੰ ਇੱਕ ਪੁੱਛਿਆ ਉਹਨੇ, ਨਰਗਿਸ ਨੇ, conscience, CONSCIENCE is conscience मतलब ਤੁਹਾਡੀ ਅੰਤਰਾਤਮਾ, ਠੀਕ ਹੈ। ਔਰ glory means ਹੁੰਦਾ ਹੈ ਸ਼ਾਨੋ ਸ਼ੌਕਤ। ਹਾਂ glory is ਸ਼ਾਨੋ ਸ਼ੌਕਤ, ਠੀਕ ਹੈ, ਉਹਨੇ ਲਿਖ ਦਿੱਤਾ, ਠੀਕ ਹੈ। mortgage is ਗਿਰਵੀ ਰੱਖਣਾ। ਔਰ ਇੱਕ ਹੋਰ ਕਿਨੇ ਪੁੱਛਿਆ ਸੀਗਾ, ask what we can do for India। ਇਹ ਪੁੱਛੋ ਕਿ ਅਸੀਂ ਇੰਡੀਆ ਲਈ ਕੀ ਕਰ ਸਕਦੇ ਹਾਂ, and do what has to be done to make India। ਔਰ ਉਹ ਕਰੋ ਜੋ ਕਰਨਾ ਚਾਹੀਦਾ ਹੈ, what has to be done, ਜੋ ਹੋਣਾ ਚਾਹੀਦਾ ਹੈ ਇੰਡੀਆ ਨੂੰ ਬਣਾਉਣ ਲਈ। ਕੀ ਬਣਾਉਣ ਲਈ? ਜੋ ਅੱਜ ਅਮਰੀਕਾ ਤੇ ਵੈਸਟਰਨ ਕੰਟਰੀਜ਼ ਹੈ ਨਾ, ਅਗਰ ਜੇ ਅਸੀਂ ਇੰਡੀਆ ਨੂੰ ਉਦਾਂ ਦਾ ਬਣਾਉਣਾ ਹੋਵੇ ਤਾਂ ਉਹਦੇ ਲਈ ਕੀ ਹੋਣਾ ਚਾਹੀਦਾ ਹੈ, ਉਹ ਕਰੋ, ਠੀਕ ਹੈ। ਪਹਿਲੇ ਇਹ ਪੁੱਛੋ ਅਸੀਂ ਇੰਡੀਆ ਲਈ ਕੀ ਕਰ ਸਕਦੇ ਹਾਂ, ਤੇ ਜਿੱਦਾਂ ਅਮਰੀਕਾ ਤੇ ਹੋਰ ਪੱਛਮੀ ਦੇਸ਼ ਨੇ, ਵੈਸਟਰਨ ਕੰਟਰੀਜ਼ ਹੈ, ਜੋ ਉਹ ਅੱਜ ਨੇ, ਉਹ ਅੱਜ ਕਿਉਂ ਨੇ ਇਸ ਤਰ੍ਹਾਂ ਦੇ, ਉੱਥੇ ਕੀ ਸੀਗਾ, ਕੀ ਕਰਨਾ ਉਹਦੇ ਲਈ। ਯੂ ਹੈਵ ਟੂ ਡੂ ਦੈਟ ਓਨਲੀ, ਠੀਕ ਹੈ, ਤੁਹਾਨੂੰ ਉਹ ਕਰਨਾ ਹੈ। ਹਾਂਜੀ ਸੈਲੀਨ ਕੌਰ ਦਾ ਵੀ ਹੈਂਡ ਰੇਜ਼ ਹੈ, ਬੋਲੋ। ਮੈਮ ਮੈਂ ਤੁਹਾਨੂੰ ਨਾ ਮੀਨਿੰਗ ਪੁੱਛਣੇ ਹੀ ਵਰਡਸ ਦੇ, ਪ੍ਰੋਨਾਂਸੀਏਸ਼ਨ। ਮੈਮ ਇੱਕ ਵਰਡ ਹੈ ਡੈਸਪੇਅਰ, DESPAIR, ਡੈਸਪੇਅਰ ਔਰ ਡੈਸਪੇਅਰ? ਇਟਸ ਡਿਸਪੇਅਰ। ਡਿਸਪੇਅਰ, ਡਿਸਪੇਅਰ ਇਹ ਹੁੰਦਾ ਹੈ ਜਿਵੇਂ ਕੋਈ ਕਿਸੇ ਚੀਜ਼ ਦੇ ਲਈ ਬੇਆਸ ਹੋ ਜਾਣਾ, ਬੇਆਸ ਹੋ ਜਾਣਾ, ਵੀ ਆਸ ਖਤਮ ਹੋ ਗਈ ਹੈ ਨਾ, ਜੀ ਮੈਮ। ਇਹ ਤਾਂ ਹੁਣ ਨਹੀਂ ਹੋ ਸਕਦਾ, ਡਿਸਪੇਅਰ, ਬੇਆਸ। ਓਕੇ ਮੈਮ। ਹਾਂਜੀ ਇੱਕ ਮੈਮ ਐਨਵੀ ਦੀ ਪ੍ਰੋਨਾਂਸੀਏਸ਼ਨ ਇਦਾਂ ਹੀ ਹੁੰਦੀ ਹੈ, ਐਨਵੀ ਜਾਂ ਐਨਵੇ? ਐਨਵੀ, ਯੈਸ, ਈ ਆਏਗਾ, ਐਨਵੀ। ਓਕੇ ਮੈਮ। ਮੈਮ ਇਹਦਾ ਮੀਨਿੰਗ ਹੁੰਦਾ ਨਾ ਜਲਨ? ਹਾਂ ਜਲਨ ਕਹਿ ਸਕਦੇ, ਈਰਖਾ? ਹਾਂ ਈਰਖਾ, ਜਲਨ ਉਹੀ ਸੇਮ ਹੀ ਹੈ, ਜਲਨ ਈਰਖਾ। ਹਾਂਜੀ ਹਾਂਜੀ, ਹੈ ਨਾ, ਮਤਲਬ ਇਹਦੇ ਵਿੱਚ ਹੈ ਕਿ ਤੁਹਾਡੀ ਨਫ਼ਰਤ ਵੀ ਹੋ ਜਾਂਦੀ ਹੈ ਨਾਲ, ਈਰਖਾ, ਜਲਨ, ਨਫ਼ਰਤ, ਸਾਰਾ ਕੁਝ ਹੀ ਹੋ ਗਿਆ, ਹੈ ਨਾ। ਹਾਂਜੀ। ਇੱਕ ਮੈਮ VACANCY, ਵੈਕੈਂਸੀ। ਵੈਕੈਂਸੀ, हाँ वैकेंसी, वैकेंसी, हाँ वैकेंसी बोलते हैं। इज देयर एनी वैकेंसी? वैकेंसी भी ठीक है, वैकेंसी भी ठीक है। इट्स एक्चुअली वैकेंसी ਜਦੋਂ ਕੋਈ ਚੀਜ਼ ਵੈਕੈਂਟ ਹੁੰਦੀ ਹੈ। ਮੈਮ ਮੇਰਾ ਮੀਨਿੰਗ ਮਤਲਬ ਵੈਕੈਂਸੀ ਹੁੰਦਾ ਹੈ ਜਦੋਂ ਕੋਈ ਜਗ੍ਹਾ ਖਾਲੀ ਹੈ, ਜਦੋਂ ਕੋਈ ਅਸਾਮੀ ਖਾਲੀ ਹੈ, ਕੋਈ ਅਨਆਕੂਪਾਈਡ ਪੋਜੀਸ਼ਨ ਹੈ, ਕੋਈ ਇਦਾਂ ਦੀ ਜੌਬ ਹੈ ਜਿਹੜੀ ਕਿ ਹਜੇ ਖਾਲੀ ਹੈ, ਅਨਆਕੂਪਾਈਡ ਹੈ, ਸੋ ਦੈਟ ਇਜ਼ ਵੈਕੈਂਸੀ। ਜਿਵੇਂ ਅਸੀਂ ਕਿਹਾ ਇਜ਼ देयर एनी वैकेंसी इन दिस स्कूल, इस स्कूल ਚ ਕੋਈ ਜਗ੍ਹਾ ਖਾਲੀ ਹੈ, कोई जॉब खाली है। यस मैम, हाँ इट्स वैकेंसी। मैम नेक्स्ट है LEISURE। बच्चे इट्स लेजर। लेजर, लेजर, यस, यू हैव प्रोनाउंस्ड करेक्टली, लेजर।
ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ, ਇੱਕ ਏਦਾਂ ਦਾ ਅੱਖਰ ਹੈ, ਇੱਕ ਏਦਾਂ ਦਾ ਸਾਊਂਡ ਹੈ ਜ, ਜਿਹੜਾ ਨਾ ਪੰਜਾਬੀ ਚ ਹੈ ਨਾ ਹਿੰਦੀ ਵਿੱਚ ਹੈ ਜ, ਜੋ ਕਿ ਸ਼ ਔਰ ਜ਼ ਦਾ ਮਿਕਸਚਰ ਹੈ। ਜਿਵੇਂ ਅਸੀਂ ਕਹਿੰਦੇ ਨੇ ਪਲੇਜ਼ਰ, ਮੈਜਰ, ਲੈਜਰ, ਵਿਜ਼ਨ। ਜੀ ਮੈਮ। ਹਾਂ, ਇਹ ਉਹ ਹੈ ਲੈਜਰ। ਹਾਂਜੀ ਮੈਮ, ਉਹ ਮੈਨੂੰ ਨਾ, ਹਾਂਜੀ ਹਾਂਜੀ ਬੋਲੋ ਬੋਲੋ। ਮੈਮ ਮੈਨੂੰ ਪੜ੍ਹਨਾ ਨਹੀਂ ਆ ਰਿਹਾ, ਬੁੱਕ ਤੇ ਲਿਖਿਆ ਹੋਇਆ ਇੰਗਲਿਸ਼ ਦਾ, ਮੈਮ ਮੇਰਾ ਐਗਜ਼ਾਮ ਹੀ ਨਾ। ਅੱਛਾ ਜੀ, ਇਸ ਕਰਕੇ। ਯੈਸ ਮੈਮ। ਲੈਜਰ, ਲੈਜਰ ਹੁੰਦਾ ਹੈ ਮਤਲਬ ਵੇਲਾ ਟਾਈਮ। ਓਕੇ ਜਿਵੇਂ ਅਸੀਂ ਕਹਿੰਦੇ ਨਾ ਲੈਜਰ ਐਕਟੀਵਿਟੀ, ਵੇਲੇ ਟਾਈਮ ਦੀ ਐਕਟੀਵਿਟੀ, ਜਦੋਂ ਤੁਸੀਂ ਇੰਜੋਏ ਕਰ ਰਹੇ ਹੁੰਦੇ ਹੋ, ਆਰਾਮ ਕਰ ਰਹੇ ਹੁੰਦੇ ਹੋ, ਲੈਜਰ। ਫ੍ਰੀ ਟਾਈਮ ਆਪਾਂ ਕਹਿੰਦੇ ਨੇ, ਜਦੋਂ ਤੁਸੀਂ ਵਰਕ ਔਰ ਡਿਊਟੀ ਤੋਂ ਫ੍ਰੀ ਹੁੰਦੇ ਹੋ ਤਾਂ ਤੁਹਾਡਾ ਲੈਜਰ ਟਾਈਮ ਹੁੰਦਾ। ਓਕੇ ਮੈਮ। ਮੈਮ ਇੱਕ ਦਾ ਮੀਨਿੰਗ ਹੋਰ ਪੁੱਛਣਾ ਹੈ ਲਾਸਟ, PLAIT, ਪਲੇਟ। ਪਲੇਟ ਮੈਮ ਮੈਨੂੰ ਬੋਲਦੇ ਆ। ਹਾਂ, ਇਟਸ ਪਲੇਟ। ਪਲੇਟ। ਹਾਂ, ਯੈਸ ਮੈਮ। ਪਲੇਟ। ਜਿਵੇਂ ਇਹ ਪਲੇਟ ਕਿਹੜੀਆਂ ਹੋਈਆਂ, ਇਹ ਕਿਹੜੀਆਂ ਪਲੇਟ ਹੋਈਆਂ ਦੱਸੋ? PLAIT ਨਾ? ਹਾਂਜੀ ਹਾਂਜੀ। ਇਹ ਕਿਹੜੀ ਪਲੇਟ ਹੋਈ? ਮੈਮ ਕਿਹੜੀ ਨਾਮ ਹੋਈ ਨਹੀਂ ਪਲੇਟ? ਪਤਾ। ਹਾਂ, ਜਿਵੇਂ ਆਪਾਂ ਕਹਿੰਦੇ ਨਾ ਦੋ ਗੁੱਤਾਂ ਕੀਤੀਆਂ ਹੋਈਆਂ, ਟੂ ਪਲੇਟਸ। ਹਾਂਜੀ ਉਹ ਨੇ। ਇੱਕ ਜਿਹੜਾ ਕੀ ਹੁੰਦਾ ਹੈ, ਤੁਹਾਡੀ ਸਕਰਟ ਦੇ ਵਿੱਚ ਵੀ ਕਈ ਵਾਰ ਪਲੇਟਸ, ਜਿਵੇਂ ਛੋਟੇ ਬੱਚੇ ਸਕਰਟਸ ਨਹੀਂ ਪਾਉਂਦੇ? ਜੀ ਜੀ ਮੈਮ। ਤੇ ਉਹ ਸਕਰਟ ਦੇ ਵਿੱਚ ਚੌੜੀਆਂ ਚੌੜੀਆਂ ਉਹ ਪਲੇਟਸ ਹੁੰਦੀਆਂ ਨੇ। ਓਕੇ ਮੈਮ। ਉਹ ਵਾਲੀ ਪਲੇਟਸ ਹੈ। ਠੀਕ ਹੈ, ਓਕੇ ਮੈਮ। है ना? ਹਾਂਜੀ ठीक है, थैंक यू मैम। ओके जी, ओके जी। हाँ जी, 12832 मैम shrillness means? हाँ जी, shrillness। shrillness yes मैम। ਤੁਸੀਂ ਚੀਕਵੀਂ ਆਵਾਜ਼ ਸੁਣੇ? ਚੀਕਵੀਂ ਆਵਾਜ਼? मैम yes। ਚੀਕਵੀਂ ਆਵਾਜ਼ ਨੂੰ ਕਹਿੰਦੇ ਆ shrillness। ओके मैम। है ना, बड़ी कोई चीकवी आवाज आ रही है, जिवें कोई किसी ने चीक मारी, जिवें श्रिलिंग साउंड, ਉਹਨੂੰ ਅਸੀਂ shrillness ਕਹਿੰਦੇ ਆ। ਬੜੀ ਤਿੱਖੀ ਆਵਾਜ਼, ਚੀਕਵੀਂ ਆਵਾਜ਼, ਉਹਨੂੰ shrilling ਸਾਊਂਡ ਕਹਿੰਦੇ ਆ ਆਪਾਂ, shrillness। मैम ਚੀਕਵਾਂਪਨ। pronunciation of ECHOING। ਹਾਂ, ਇਟਸ echoing। echoing word ਹੈ ECH, ਉਹ ਬੱਚੇ ਹੁੰਦਾ echo, 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 echo। ठीक है, echoing, echoing। मैम इसका मतलब? ਬੱਚੀ ਰਿਫਲੈਕਟਡ ਸਾਊਂਡ, ਕੋਈ ਸਾਊਂਡ ਹੈ, ਤੁਸੀਂ ਬੋਲਿਆ, ਉਹ ਵਾਪਸ ਮੁੜ ਕੇ ਆਵਾਜ਼ ਆਈ। ਮੈਂ ਤੁਹਾਨੂੰ ਦੱਸਿਆ, ਜਿਵੇਂ ਤੁਸੀਂ ਖਾਲੀ ਗੂੰਜ ਨਹੀਂ ਕਹਿੰਦੇ ਆਪਾਂ? ਜਿਵੇਂ ਕੋਈ ਖਾਲੀ ਰੂਮ ਹੈ, ਖਾਲੀ ਹਾਲ ਹੈ, ਉੱਥੇ ਜੋ ਤੁਸੀਂ ਬੋਲਦੇ ਹੋ ਆਵਾਜ਼ ਗੂੰਜਦੀ ਹੈ, ਵਾਪਸ ਆਉਂਦੀ ਹੈ। ਰਿਫਲੈਕਟਿੰਗ ਸਾਊਂਡ, ਜੋ ਚੀਜ਼ ਵਾਪਸ ਆ ਰਹੀ ਹੈ, ਉਹਨੂੰ ਕਹਿੰਦੇ ਅਸੀਂ ਐਕੋ। ਜਿਵੇਂ ਅਸੀਂ ਕਹਿੰਦੇ ਆ, ਕਈ ਵਾਰ ਤੁਸੀਂ ਫੋਨ ਕਰਦੇ ਹੋ, ਤੁਹਾਡੀ ਆਵਾਜ਼ ਵਾਪਸ ਆ ਰਹੀ ਹੁੰਦੀ ਹੈ, ਆਪਾਂ ਕਹਿੰਦੇ ਨਾ ਕਿ ਐਕੋ ਹੋ ਰਿਹਾ ਫੋਨ ਦੇ ਵਿੱਚ। ਠੀਕ ਹੈ, ਹਾਂ, that is echo। and मैम abusive language ਕੀ ਹੁੰਦਾ ਹੈ? abusive मतलब ਗਾਲਾਂ ਵਾਲੀ। abuse ਹੁੰਦਾ ਹੈ ਕਿਸੇ ਨੂੰ ਮੰਦਾ ਬੋਲਣਾ, ਗਾਲਾਂ ਕੱਢਣੀਆਂ। abusive language मतलब ਗੰਦੀ ਭਾਸ਼ਾ। ओके मैम। ठीक है, यस मैम। हाँ जी, हाँ जी, गगनदीप कौर। Good evening, ma'am. Good evening. Ma'am, yesterday I will not attend the class because no, I am interrupting you. Yesterday जो बीत गया, I will not, मैं class attend नहीं करांगी। Okay, tomorrow I will not, I did not get। गगनदीप। ma'am, yes। हाँ बच्चे, yesterday जो बीत गया, ਤੁਸੀਂ कह रहे हो I will not attend the class। tomorrow बोलना सी कि हाँ, की बोलना मतलब कल नहीं attend करोगे या कल नहीं कीती सी? ma'am, yesterday। कल नहीं कीती ना, तो कहोगे I did not attend the class। Okay, ma'am। हाँ, yesterday I did not attend the class। Yesterday I did not attend the class। Which topic, ma'am, do in class? Which topic was done in the class? Was done in the class। केड़ा topic होया सी done in the class? बेटा, we had done this topic only। ਅਸੀਂ ਇਹੀ ਕੀਤਾ ਸੀ, we had done page number 5 of this। Okay, ma'am। ma'am, ਜੇ screen show ਸਕਦੀ ਹੈ ਤੇ ਅਸੀਂ ਕੱਲ ਬਿਲਕੁਲ ਹੋ ਸਕਦੀ ਹੈ। ਠੀਕ ਹੈ, ਥੈਂਕ ਯੂ ਮੈਮ। ਇਹ ਅੱਜ ਫਸਟ ਸਲਾਈਡ ਹੈ? ਇਹ ਹੈ, ਹਾਂ ਬੱਚੇ, ਇੱਕੋ ਹੀ ਸਲਾਈਡ ਹੈ ਅੱਜ। there were lot many words, तो मैं क्या ਆਪਾਂ ਉਹ ਵੀ ਕਰ ਲਾਂਗੇ ਡਿਸਕਸ। ਥੈਂਕ ਯੂ ਮੈਮ। ਹਾਂਜੀ, ਠੀਕ ਹੈ, ਇਹ ਵਾਲੀ ਸਲਾਈਡ ਸੀ। it was done yesterday।
ओके कल होया सीगा, today we had done this page number 6. ओके मैम Okay, थैंक यू मैम okay जी। नरगिस ਨੂੰ ਟੈਸਟ ਦਾ ਬਹੁਤ ਸ਼ੌਂਕ ਹੈ। ਹਾਂਜੀ हाँ जे कोई तिखा बोलता है तो आप कहते हैं she is having shrilling sound, she is having shrilling voice, बड़ी चीकवी आवाज है ओदी, shrilling voice, ठीक है। 11 जयमनदीप सिंह है। conscience, बच्चे conscience means ਤੁਹਾਡੀ अंतरात्मा। guilty conscience is always suspicious, बाकी ਤਾਂ ਸੀ conscience, ठीक है। insecure ਹੁੰਦਾ ਹੈ असुरक्षित होना, insecure, ਜਿਵੇਂ ਮੈਨੂੰ ਉੱਥੇ ਜਾ ਕੇ मैं बड़ी असुरक्षित महसूस कर रही थी। I was feeling insecure there. Insecure ਹੁੰਦਾ ਹੈ ਜਦੋਂ ਤੁਸੀਂ असुरक्षित महसूस ਕਰਦੇ ਹੋ, insecure, है ना। समझ आ गई रमनप्रीत कौर? ठीक है, ओके। एंड मैं ਤੁਹਾਨੂੰ बस हाउंड दिखाने सी, ਉਹ शिकारी डॉग ਉਹਨਾਂ ਨੂੰ हाउंड ਕਹਿੰਦੇ ना, तो ਉਹ मैं ਤੁਹਾਨੂੰ एक पिक्चर दिखानी सी। ਇਹ हाउंड ਦੀ पिक्चर है। हाँ, गिल्टी कॉन्शियंस इज ऑलवेज सस्पिशियस, ਇਹਦਾ मतलब ਹੁੰਦਾ है चोर की दाढ़ी में तिनका। ਇਹ हाउंड है, शिकारी डॉग्स ਹੁੰਦੇ ਆ, ਕਈ ਤਰ੍ਹਾਂ ਦੇ हाउंड ਹੁੰਦੇ ਆ। एंड ਉਸ ਤੋਂ ਬਾਅਦ ਮੈਂ ਇੱਕ ਲਿਖਿਆ ਸੀ ਗਲਫ ਖਾੜੀ ਦੇਸ਼ ਹੈ ਜਿਹੜੇ ਇਹ ਵਾਲੇ ਨੇ, सॉरी इडियम्स ऊपर आ गया, इडियम्स नहीं आएगा। ये गल्फ कंट्रीज है बच्चे, बहरीन, कुवैत, इराक, ओमान, कतर, सऊदी अरेबिया एंड यूएई, ये गल्फ कंट्रीज है। ये जेडी खाड़ी है ना, आई थिंक वो पर्शियन गल्फ है, पर्शियन गल्फ है आई थिंक, हाँ। ते वो जेडी वो फ्रांस की खाड़ी है, नहीं पर्शियन गल्फ है। ते ओदे नाल ये कंट्रीज लगदियां ने, खाड़ी दे नाल ये कंट्रीज लगदियां, इन्हां नूं खाड़ी देश, गल्फ बच्चे खाड़ी जिवें खाड़ी की हुंदी है जेडी, खाड़ी समुंदर का ही एक हिस्सा हुंदा जिहड़ा कि कुछ पासे तो एक 2-3 पासियां तो जमीन नाल घिरिया हुंदा, उहनूं खाड़ी कहंदे आ, गल्फ। मैं तुहानूं इहदा मैप शो करांगी, है ना। गल्फ हुंदी है खाड़ी, समंदर का ही पार्ट हुंदा है, ओशन का ही पार्ट हुंदा है, सी का ही पार्ट हुंदा है, बट वो कुछ पासे तो जमीन नाल घिरिया हुंदा है ना, उहनूं खाड़ी कहंदे हैं। एक्चुअली वो वाटर बॉडी ही है। सो ये जिहड़ा है ना, ये वाली गल्फ कंट्रीज हैं, ये उस खाड़ी दे नाल जुड़वियां ने, तां करके इहनूं गल्फ कंट्रीज कहा जाता है। यूएई का मतलब है यूनाइटेड अरब एमिरेट्स। ये अगेन यूएई यूनाइट संयुक्त अरब अमीरात, इहनूं पंजाबी च कहंदे हैं संयुक्त अरब अमीरात। इहदे विच भी दुबई है, दुबई है, और इहदी जिहड़ी कैपिटल है अबू धाबी, यस अबू धाबी है, दुबई, इट्स सऊदी अरब या सऊदी अरेबिया, दोनों ठीक है बच्चे, ठीक है। यूए इज संयुक्त अरब अमीरात, यूनाइटेड अरब एमिरेट्स। मैं तुहानूं इहदा लिख दिंदी हां फुल फॉर्म। अच्छा, कल आप एक वर्ड किया सी जेदा, जो जेदा है ना, ये एक सिटी है, ठीक है, एक सिटी है जेदा। एक्चुअली वो सिटी है ना, वो मक्का मदीना जिहड़ा जिथे मुस्लिम लोग हैं अपनी अपनी हज करन जाते हैं, एक्चुअली वो जिहड़ा जेदा है ना, उहदे रस्ते विच है, ते इस करके उथे हर किसी दा हेड कवर करके जाना जरूरी है। कल आपां कीता सी ना जेदा, JEDDA है जेदा, तो दैट इज अ सिटी। मैं तुहानूं कल गलती नाल कहता सी वो कंट्री है, वो सिटी है, ठीक है। सो यूएई इज यूनाइटेड अरब एमिरेट्स, संयुक्त अरब अमीरात। एनी क्वेश्चंस? हाँ जी, गगनदीप कौर बोलो जी। मैम हाउ डू वी प्रोनाउंस ऑल दीज वर्ड्स? बच्चे देखो, फर्स्ट इज बहरीन, 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 हाँ, कुवैत, कुवैत, हाँ सुखबीर पक्का हुने कर दिया मैं, इराक, इराक, ओमान,
ओमान 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 कतर कतर भी कहते हैं, कतार भी कहते हैं। ओके मैम। कतर वैसे नॉर्मली मैं कतर ही सुने, कतर एयरलाइंस कतर मैम। ओके। सऊदी अरेबिया एंड यूएई। ओके मैम, थैंक यू मैम। ओके जी। ओके बच्चे, we'll meet on Monday, same time. Monday we will be having same time, 2:50 to 3:50. Please join in time. Till then, Vaheguru Ji Ka Khalsa, Vaheguru Ji Ki Fateh.